ਗੁਰੂ ਨਾਨਕ ਪਦ ਪੰਕਜ ਬੰਦਨ ਪੰਕਜ ਬੰਦਨਾ ਸਿਮਰੋ ਅੰਗਦ ਦੁਖ ਨਿਕੰਦਨਾ ਗੁਰੂ ਅਮਰਦਾਸ ਹਿਰਦੈ ਨਿਤ ਧਿਆਉ ਹਿਰਦੈ ਨਿਤ ਧਿਆਉ ਸ਼੍ਰੀ ਗੁਰੂ ਰਾਮਦਾਸ ਗੁਣ ਗਾਓ ਗੁਰੂ ਅਰਜਨ ਬਿਗਨਨ ਕੇ ਨਾਸ਼ਕ ਬਿਗਨਨ ਕੇ ਨਾਸ਼ਕ ਸ਼੍ਰੀ ਹਰਿ ਗੋਬਿੰਦ ਸੁਮਤ ਪਰਗਾਸਕ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਸ਼੍ਰੀ ਹਰਿ ਕ੍ਰਿਸ਼ਨ ਮਨਾਉ ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਤਰੋ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗਦੀਸਾ ਏਕ ਓੰਕਾਰ ਸਤਿਗੁਰੂ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਵਿਗਨ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਹੈ ਵਿਗਨ ਵਿਨਾਸ਼ਨ ਸੋਏ ਦੋਹਰਾ ਇਸ ਬਿਦ ਗੁਰ ਨੰਦਨ ਲਰਿਓ ਜਹ ਅਜੀਤ ਸਿੰਘ ਨਾਮ ਸੋ ਜਸ ਜਗਤ ਮੈਂ ਪ੍ਰਗਟ ਪਾਹਾ ਪਨ ਪਹੁੰਚੇ ਹਰਿ ਧਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਣੋ, ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਪਿਛਲੇ ਪਹਿਰਾਂ ਦੇ ਦੀਵਾਨ ਸਜਾਉਂਦੇ ਹੋਏ ਆਪ ਜੀ ਗੁਰੂ ਚਰਨਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ। ਆਓ ਲੜੀਵਾਰ ਇਤਿਹਾਸ ਦੀ ਕਥਾ ਵਿਚਾਰ ਨਾਲ ਜੁੜਨਾ ਕਰੀਏ ਜੀ। ਕੱਲ੍ਹ ਆਪਾਂ ਵਿਚਾਰ ਸਰਵਣ ਕਰ ਰਹੇ ਸੀ ਚਮਕੌਰ ਸਾਹਿਬ ਦਾ ਜੰਗ, ਜਿਸ ਦੇ ਵਿੱਚ ਸਾਹਿਬਜ਼ਾਦਾ ਅਜੀਤ ਸਿੰਘ ਜੀ ਦਾ ਜੰਗ ਆਪਾਂ ਨੇ ਸਰਵਣ ਕੀਤਾ। ਕਿਸ ਤਰ੍ਹਾਂ ਬਹੁਤ ਥੋੜ੍ਹੇ ਸਮੇਂ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਤੁਰਕਾਂ ਦੀਆਂ ਦੁਸ਼ਮਣ ਦੀਆਂ ਫੌਜਾਂ ਦਾ ਖਾਤਮਾ ਕੀਤਾ ਔਰ ਆਪਣੇ ਸਰੀਰ 'ਤੇ ਵੀ ਬੇਅੰਤ ਜ਼ਖਮਾਂ ਨੂੰ ਖਾਂਦੇ ਹੋਏ ਅਖੀਰ ਉਹਨਾਂ ਦੇ ਬੇਅੰਤ ਫੌਜਾਂ ਨੂੰ ਮਾਰਦੇ, ਜਰਨੈਲਾਂ ਨੂੰ ਮਾਰਦੇ। ਇੱਕ ਅਨਵਰ ਖਾਨ ਨਾਮ ਦਾ ਨਵਾਬ ਹੈ ਜੋ ਪਾਲਕੀ ਵਿੱਚ ਬੈਠਾ ਸੀ। ਆਖਰੀ ਸਮੇਂ ਸਾਹਿਬਜ਼ਾਦਾ ਅਜੀਤ ਸਿੰਘ ਜੀ ਨੇ ਗੁਰੂ ਪਿਆਰਿਓ ਆਪਣੇ ਹੱਥ ਦੇ ਵਿੱਚ ਛੋਟਾ ਸ਼ਸਤਰ ਲਿਆ ਹੈ, ਜਮਤਰ ਜਿਸ ਨੂੰ ਕਹਿੰਦੇ ਹਨ, ਜੋ ਮੁੱਠੀ ਦੇ ਵਿੱਚ ਫੜਿਆ ਜਾਂਦਾ, ਉਂਗਲਾਂ ਦੇ ਵਿੱਚ ਉਹਦੇ ਛੱਲੇ ਪੈ ਜਾਂਦੇ ਹੈ ਅਤੇ ਮੂਹਰੋਂ ਉਹ ਖੰਜਰ ਵਰਗਾ ਹੁੰਦਾ, ਸਿੱਧੀ ਵਰਸ਼ੀ ਵਰਗਾ ਹੁੰਦਾ। ਸਾਹਿਬਜ਼ਾਦਾ ਜੀ ਨੇ ਕਈ ਸ਼ਸਤਰਾਂ ਨਾਲ ਜੰਗ ਕੀਤਾ। ਪਹਿਲਾਂ ਤੀਰ ਕਮਾਨ ਦੇ ਨਾਲ, ਫਿਰ ਵਰਸ਼ੇ ਦੇ ਨਾਲ, ਸੰਗ ਦੇ ਨਾਲ, ਅਤੇ ਫਿਰ ਉਹਨਾਂ ਨੇ ਤਲਵਾਰ ਦੇ ਨਾਲ। ਜਦੋਂ ਦੁਸ਼ਮਣ ਬਹੁਤ ਨੇੜੇ ਪਹੁੰਚ ਗਿਆ ਅਤੇ ਇੱਕ ਵੱਜਦਿਆਂ ਵੱਜਦਿਆਂ ਤਲਵਾਰ ਵੀ ਢਾਲਾਂ 'ਤੇ ਵੱਜ ਕੇ ਟੁੱਟ ਗਈ ਹੈ ਅਤੇ ਫਿਰ ਇਹਨਾਂ ਨੇ ਕਮਰ ਕਸੇ 'ਚੋਂ ਜਮਤਰ ਕੱਢਿਆ। ਜਮਤਰ ਵਿਸ਼ੂਆ ਵੀ ਕਹਿ ਦਿੰਦੇ ਆ ਕਿਉਂਕਿ ਉਂਗਲਾਂ ਦੇ ਵਿੱਚ ਪਾ ਕੇ ਮਾਰਿਆ ਜਾਂਦਾ, ਔਰ ਉਹਦੇ ਨਾਲ ਵੀ ਕਈ ਫੌਜੀਆਂ ਨੂੰ ਘਾਇਲ ਕੀਤਾ। ਇਹਨਾਂ ਦੀ ਨਿਗਾਹ ਫਿਰ ਪੈ ਗਈ ਹੈ ਅਨਵਰ ਖਾਨ ਨਵਾਬ, ਜੋ ਇੱਕ ਪਾਲਕੀ ਵਿੱਚ ਬੈਠਾ ਸੀ। ਕਹਿੰਦੇ ਛਾਲ ਮਾਰ ਕੇ ਸਾਹਿਬਜ਼ਾਦਾ ਅਜੀਤ ਸਿੰਘ ਉਸ ਅਨਵਰ ਖਾਨ ਦੇ ਕੋਲ ਚਲੇ ਗਏ ਔਰ ਉਹ ਜਿਹੜਾ ਜਮਤਰ ਸੀ ਉਸ ਦੇ ਢਿੱਡ ਵਿੱਚ ਖੁਭੋ ਦਿੱਤਾ ਹੈ। ਇੰਨੇ ਸਮੇਂ ਦੇ ਵਿੱਚ ਤੁਰਕਾਂ ਨੇ ਇਕੱਠੇ ਹੋ ਕੇ ਹਮਲਾ ਕਰ ਦਿੱਤਾ ਅਤੇ ਸਾਹਿਬਜ਼ਾਦਾ ਜੀ ਸ਼ਹੀਦੀਆਂ ਪਾ ਗਏ। ਇਸ ਤਰ੍ਹਾਂ ਕੱਲ੍ਹ ਆਪਾਂ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਜਿਨ੍ਹਾਂ ਦਾ ਜੰਗ ਸਰਵਣ ਕੀਤਾ, ਆਓ ਰਹਿੰਦੇ ਜੰਗ ਨੂੰ ਸਰਵਣ ਕਰਦੇ ਹਾਂ। ਉਸ ਤੋਂ ਪਹਿਲਾਂ ਆਪਣੀਆਂ ਅਤੇ ਦਾਸਾਂ ਦੀਆਂ ਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਅਰਾ ਕਰੋ ਬੁਲੰਦ ਗੱਜ ਕੇ ਆਖੋ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ। ਇਸ ਬਿਦ ਗੁਰ ਨੰਦਨ ਲਰਿਓ ਜੈ ਅਜੀਤ ਸਿੰਘ ਨਾਮ। ਸੋ ਗੁਰੂ ਪਿਆਰਿਓ, ਇਉਂ ਸਾਹਿਬਜ਼ਾਦਾ ਅਜੀਤ ਸਿੰਘ ਜੀ ਜਿਨ੍ਹਾਂ ਦਾ ਨਾਮ ਹੈ, ਜਾਂਦੇ ਹੋਏ ਕਹਿੰਦੇ ਹਨ, ਨਾਮ ਹੈ ਅਜੀਤ ਮੇਰਾ, जीत के ही आऊँगा, अगर ना जीता गया तो वापस नहीं आऊँगा, अगर मैं जीता गया तो वापस नहीं आऊँगा। तो इस तरह साहिबजादा जी ने अपने नाम अजीत सिंह नूं सफला किया और जंग के मैदान विच बेअंत दुश्मनों को खत्म करते हुए शहीदियाँ पा गए जी। सो जस जगत में प्रगट पाहा पुन पहुंचे हर धाम। इस तरह साहिबजादा जी दीयां सिफतां अज भी दुनिया विच हुंदियां उन्हां दे जंग दीयां। इउं साहिबजादा जी परमेश्वर दे धाम दादा गुरु तेग बहादुर जी दे कोल पहुंच गए जी। दोहरा। बाहर हेल को करत बेहे 14 ते समुदाय। जदों सारे तुर्कां ने चौं दिसते सारे पासियां तो इकट्ठे होकर के हमला किया है। तब जुझार सिंह जी ने गुर पिता रजाए। और साहिबजादा जुझार सिंह ने उत्ते खड़िया इस जंग नूं देखिया है ते देखिया कि किस तरह दुश्मनों ने इकट्ठे होकर हमला किया ते साहिबजादा अजीत सिंह जी शहीदियाँ पा गए। जुझार सिंह कहन लगे, पिता जी मैथों हुण रुकिया नहीं जाता, मैथों रहा नहीं जाता, मैं भी जाना है, इन्हां दुष्टां तो बदला लेना है। जिस तरह मेरे भाई साहब जी की शहीदी हुई है, मैं भी इन्हां दुश्मनों को चड्डे गाटे करना है, मैं भी तुहानूं तलवार दे जौहर दिखाने हैं। क्योंकि अज तक मैं कदे साहिबजादा अपने वड्डे भाई अजीत सिंह तो अलग नहीं होया, तो मैं अज किवें अलग रह सकता हाँ, मैनू आग्या दिओ। उस वेले सतगुरु पातशाह जी ने बड़ी खुशी खुशी दे नाल साहिबजादा जुझार सिंह नूं भी तैयार किया, उन्हां नूं भी उन्हां दे हिसाब दे शस्त्र पकड़ाए हन और नाल उन्हां दे एक 5 ਸਿੰਘਾਂ ਦਾ जथा दिता है जी। चौपाई 5 सिंह निकसे 3 संग जिन चित चाओ करन को जंग। और साहिबजादा अजीत सिंह जी की उम्र कोई 19-20 साल की है तो साहिबजादा जुझार सिंह जी उन्हां तो कोई 2 साल 3 साल छोटे हैं, पर फिर भी चढ़दी कला गुरु गोबिंद सिंह जी के सपुत्र हैं। कहते 5 ਸਿੰਘਾਂ ਨੂੰ नाल लैके जिस वेले जुझार सिंह जी जथे दे नाल गढ़ी दे गेट तो बाहर निकले हन। प्रथम तो फांगन की कर मार 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 कर परे जुझार। इथे जुझार दा मतलब है जोधे। इस तरह ये 6 जोधे, 5 ਸਿੰਘ ते 6वें साहिबजादा जुझार सिंह जी, ये 6 जोधियां ने आउण सार पहला बंदूक की वाछड़ की है, बंदूक दे नाल जंग करते हैं। बाहर तड़ा तड़ छोड़ तमाचे सतगुर को रुख बिखरस राचे। और सतगुरां दा रुख वेख के सतगुरां दा इशारा देख के कहन लगे, पहला इन्हां ने भर के लियांदियां बंदूकां दे नाल हमला किया है, फिर तमाचे छोटे पिस्तौल जो इन्हां दे कमर कसे विच हन वो कढ लए ते गुरु दा रुख देख के चलाउण लगे जी। अबर उपाय ना को बनियावे प्रभु सन्मुख होए सीस चढ़ावे। और इन्हां ਸਿੰਘਾਂ ਦਾ भी ਉਹੀ मकसद है ਜਿਹੜਾ ਪਹਿਲਾਂ शहीदियां पाउण वालियां ਦਾ, गुरु कीਆਂ खुशियां ਲੈਣੀਆਂ। कोई भी होर कहन लगे उपाय नहीं दिसदा, बस गुरु ਦੇ ਚਰਨਾਂ ਵਿੱਚ ਸੀਸ ਨੂੰ ਭੇਟ करना है मानो ਸਿੰਘਾਂ ने। इस करके ये ਸਿੰਘ दुश्मन ਦੇ विच आवड़े जी। मृग झुंडन में केहर फिरै निर्भय वीर कै त्रास ना धरै। इस तरह जदों ये 6 योधे आके कुछ समय ਦੇ ਬਾਅਦ जंग ਦੇ मैदान ਵਿੱਚ ਵੜੇ ਹਨ, फौजां ਦੇ ਵਿੱਚ ਵੜੇ ਹਨ, ਤੁਰਕਾਂ ਦੇ ਵਿੱਚ ਵੜੇ ਹਨ, ਨਿਰਭੈ ਹੋ ਕੇ डरते नहीं। प्राण बचे लालच छोरा मारे अगर परे रिप ओरा। और कोई अपनी जान नू बचा के रखण दी इच्छा नहीं, बस इहो ही फर्क है सरकारी फौजां च ते गुरु कीआं फौजां च। गुरु कीआं फौजां मौत नू अपनी तली ते रख के लिआउंदियां,
ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੁਰਿਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਹਨ ਨਾ ਕੀਜੈ। ਨਾ ਆਪਣੀ ਸ਼ਹੀਦੀ ਦਾ ਕੋਈ ਮਾਣ ਕਰਨਾ ਹੈ ਤੇ ਨਾ ਹੀ ਮੌਤ ਤੋਂ ਡਰਨਾ ਹੈ। ਬਸ ਇੱਕੋ ਹੀ ਮਕਸਦ ਹੈ, ਗੁਰੂ ਕੀ ਵਾਹ ਲੈਣੀ, ਗੁਰੂ ਕੀ ਖੁਸ਼ੀ ਲੈਣੀ, ਗੁਰੂ ਦੇ ਮੁਖੋਂ ਵਾਹ ਵਾਹ ਸੁਣਨਾ। ਜਦੋਂ ਗੁਰੂ ਮੈਨੂੰ ਮਰਦੇ ਹੋਏ ਨੂੰ ਵਾਹ ਵਾਹ ਕਹਿਣਗੇ ਤੇ ਸਮਝੋ ਮੇਰਾ ਜੀਵਨ ਸਫਲਾ ਹੋ ਗਿਆ। ਜਿਵੇਂ ਕਬੀਰ ਸਾਹਿਬ ਜੀ ਦਾ ਬਚਨ ਹੈ, ਕਬੀਰ ਮੋਹਿ ਮਰਨੇ ਕਾ ਚਾਉ ਹੈ, ਮਰੋ ਤਾਂ ਹਰ ਕੈ ਦੁਆਰ, ਮਤ ਹਰ ਪੁੱਛੈ ਕੌਣ ਹੈ ਪਰਾ ਹਮਾਰੇ ਬਾਹਰ। ਨਿਗਾਹ ਪੈ ਜਾਵੇ ਤੇ ਪੁੱਛ ਲਵੇ ਕੌਣ ਪਿਆ ਵੀ ਮਰਿਆ, ਕੋਈ ਸਤਨਾਮ। ਇੰਨਾ ਹੀ ਬਹੁਤ ਹੈ। ਬਚਨ ਹੈ ਪ੍ਰੀਤਮ ਦਾ, ਕਿਰਪਾ ਕਟਾਖੇ ਅਵਲੋਕਨ ਕੀਨੋ, ਦਾਸ ਕਾ ਦੁੱਖ ਵਿਦਾਰਿਓ। ਜਦੋਂ ਕਿਰਪਾ ਭਰੀ ਨਜ਼ਰ ਨਾਲ ਮੇਰੇ ਵੱਲ ਦੇਖੇਗਾ ਤੇ ਮੇਰੇ ਸਾਰੇ ਦੁੱਖਾਂ ਦਾ ਖਾਤਮਾ ਹੋ ਜਾਣਾ। ਇਸ ਕਰਕੇ ਸਿੰਘਾਂ ਦਾ ਇੱਕੋ ਹੀ ਮਕਸਦ ਹੈ, ਪ੍ਰਾਣਾਂ ਨੂੰ ਬਚਾਉਣ ਦਾ ਨਹੀਂ, ਗੁਰੂ ਦੀਆਂ ਖੁਸ਼ੀਆਂ ਲੈ ਕੇ ਆਪਣਾ ਸੀਸ ਗੁਰੂ ਚਰਨਾਂ ਵਿੱਚ ਭੇਟ ਕਰਨਾ ਜੀ। ਜੋ ਗਰਜਤ ਹੈ ਸਿੰਘ ਜੁਝਾਰੀ, ਤੀਰ ਨਾ ਦਿਪਿਤੋ ਉਤਦੈ ਤਾਰੇ। ਇਉਂ ਯੋਧਿਆਂ ਨੇ ਆ ਕੇ ਗਰਜਨਾ ਕੀਤਾ, ਜਕਾਰੇ ਛੱਡੇ, ਮਤਲਬ ਦੁਸ਼ਮਣ ਨੂੰ ਬੰਗਾਰੇ ਆ ਗੁਰੂ ਪਿਆਰਿਓ। ਇੱਕ ਥਾਂ ਤੇ ਟੇਕੇ ਨਹੀਂ ਹੈ ਯੋਧੇ, ਘੁੰਮਦੇ ਹੋਏ ਜੰਗ ਕਰ ਰਹੇ ਹਨ। ਪਹੁੰਚ ਜਾਏ ਪਰ ਸ਼ਸਤਰ ਚਲਾਵੈ, ਇੱਕ ਤੇ ਦਵੈ ਕਰ ਧਰਨ ਗਿਰਾਵੈ। ਔਰ ਦੁਸ਼ਮਣ ਨੂੰ ਰੋਕਣ ਨਹੀਂ ਦਿੰਦੇ, ਦੁਸ਼ਮਣ ਨੂੰ ਧੱਕੇ ਮਾਰਦੇ ਹੋਏ ਪਿੱਛੇ ਕਰ ਰਹੇ ਹੈ ਡਿਉੜੀ ਦੇ ਗੇਟ ਤੋਂ, ਗੜੀ ਦੇ ਗੇਟ ਤੋਂ। ਤੇ ਜਿਹੜਾ ਦੁਸ਼ਮਣ ਅੱਗੇ ਵੱਧਦਾ ਹੈ, ਇੱਕ ਇੱਕ ਦੇ ਦੋ ਦੋ ਟੋਟੇ ਕਰਦੇ ਹਨ। ਮਾਰ ਮਾਰ ਕਰ ਤੁਰਕ ਹਜ਼ਾਰੋ, ਇਤੁਤ ਫਿਰ ਘੇਰੇ ਦਿਸ਼ ਚਾਰੋ। ਇਸ ਤਰ੍ਹਾਂ 6 ਸਿੰਘਾਂ ਨੇ ਗੁਰੂ ਪਿਆਰਿਓ ਦੁਸ਼ਮਣਾਂ ਨੂੰ ਘੇਰਾ ਪਾਇਆ, ਜਿਨ੍ਹਾਂ ਦੀ ਗਿਣਤੀ ਲੱਖਾਂ ਦੇ ਵਿੱਚ ਹੈ ਤੇ ਸਿੰਘ ਅੰਦਰੋਂ ਭੇਜੇ ਆ 6। ਔਰ ਸਤਿਗੁਰਾਂ ਦਾ ਬਚਨ ਇੱਥੇ ਉਹ ਕੰਮ ਕਰ ਰਿਹਾ, 1.25 ਲੱਖ ਸੇ ਏਕ ਲੜਾਓ, ਤਵੈ ਗੋਬਿੰਦ ਸਿੰਘ ਨਾਮ ਕਹਾਉ। ਤੇ ਅੱਜ ਲੜਾ ਕੇ ਵਿਖਾ ਦਿੱਤੇ ਆ। ਇਸ ਤਰ੍ਹਾਂ ਗੁਰੂ ਪਿਆਰਿਓ 10 ਲੱਖ ਫੌਜ ਨਵੀਂ ਆਈ ਸੀ ਤੇ ਕੁਝ ਫੌਜ ਸ਼੍ਰੀ ਅਨੰਦਪੁਰ ਸਾਹਿਬ ਤੋਂ ਉੱਠ ਕੇ ਆਈ ਸੀ ਬਚੀ ਖੁਚੀ। ਇਸ ਤਰ੍ਹਾਂ ਗੁਰੂ ਪਿਆਰਿਓ ਲੱਖਾਂ ਦੀ ਗਿਣਤੀ ਵਿੱਚ ਫੌਜ ਦੇ ਨਾਲ ਪਾਤਸ਼ਾਹ ਜੀ ਨੇ ਕੁਝ ਸਿੰਘਾਂ ਨੂੰ ਲੜਾਇਆ। ਮਾਰ ਮਾਰ ਕੇ ਹਜ਼ਾਰਾਂ ਦੀ ਗਿਣਤੀ ਵਿੱਚ ਤੁਰਕਾਂ ਨੂੰ ਖਤਮ ਕਰਦੇ ਹਨ ਔਰ ਇੱਧਰ ਉੱਧਰ ਘੁੰਮ ਰਹੇ ਹਨ। ਮਰਨ ਕੀ ਸ਼ੰਕ ਨ ਜਿਨ ਕੋ, ਕਹਾਂ ਸੂਰਤ ਗੁਣ ਗਨ ਤਿਨ ਕੋ। ਫੇਰ ਵੀ ਮਰਨ ਦਾ ਜਿਨ੍ਹਾਂ ਨੂੰ ਕੋਈ ਸ਼ੰਕਾ ਨਹੀਂ ਹੈ, ਮੌਤ ਤੋਂ ਕੋਈ ਖਤਰਾ ਨਹੀਂ ਹੈ, ਉਹਨਾਂ ਦੀ ਸੂਰਮਤਾ ਦੀ, ਉਹਨਾਂ ਦੀ ਸੂਰਮ ਗਤੀ ਦੇ ਗੁਣਾਂ ਨੂੰ ਕਿਵੇਂ ਸੁਣਾਵਾਂ। ਪਹੁੰਚੇ ਸਨਮੁਖ ਜਿਸ ਕਰ ਚਾਰ ਹੈ, ਗੁਰ ਪ੍ਰਤਾਪ ਤੇ ਤਤ ਸਿਨ ਮਾਰ ਹੈ। ਔਰ ਜਿੱਧਰ ਵੀ ਇਹ ਗੁਰੂ ਪਿਆਰਿਓ ਦੁਸ਼ਮਣ ਨੂੰ ਇਕੱਠਾ ਜਿਹਾ ਹੋਇਆ ਦੇਖਦੇ ਐ, ਉੱਥੇ ਹੀ ਆਪਣਾ ਹੱਥ ਝਾੜਦੇ ਐ। ਹੱਥ ਹੌਲਾ ਕਰਨਾ, ਹੱਥ ਝਾੜਨਾ ਮਤਲਬ ਦੁਸ਼ਮਣ ਤੇ ਹਮਲਾ ਕਰਨਾ। ਉੱਥੇ ਜਾ ਕੇ ਆਪਣਾ ਹਮਲਾ ਕਰਦੇ ਐ। ਔਰ ਗੁਰੂ ਜੀ ਦਾ ਪ੍ਰਤਾਪ ਇਹਨਾਂ ਸਿੰਘਾਂ ਦੇ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਦੇ ਨਾਲ ਹੈ ਜੀ। ਸੁਰਤ ਸ਼ਰਮਤ ਦੁਖ ਤਹਿ ਛਿਨ ਟਾਰੇ, ਓਤ ਤੇਜ ਗੁਰ ਦਿਓ ਉਧਾਰੀ। ਕਮਾਲ ਦੀ ਗੱਲ ਹੈ, ਜਿਹੜੇ ਸਿੰਘ ਕਹਿੰਦੇ ਸੀ ਜੀ ਕਈ ਮਹੀਨੇ ਹੋ ਗਏ ਕਿਲੇ ਦੇ ਵਿੱਚ ਬੈਠਿਆਂ ਨੂੰ, ਕੁਝ ਖਾਧਾ ਪੀਤਾ ਨਹੀਂ, ਬੜੀ ਭੁੱਖ ਨੇ ਸਤਾਇਆ ਹੈ। ਆਹ ਸਤਿਗੁਰ ਨੇ ਕਿਰਪਾ ਕੀਤੀ, ਉਹ ਭੁੱਖ ਹੀ ਦਵਲ ਦਿੱਤੀ ਹੈ ਸਿੰਘਾਂ ਦੇ ਅੰਦਰੋਂ। ਕਈ ਵਾਰੀ ਭਾਈ ਮਰਦਾਨਾ ਜੀ ਨੇ ਵੀ ਬੇਨਤੀ ਕੀਤੀ ਸੀ ਨਾ ਬਾਬੇ ਨਾਨਕ ਨੂੰ, ਜੀ ਭੁੱਖ ਲੱਗੀ ਆ, ਤੇ ਸਤਿਗੁਰੂ ਕਿਰਪਾ ਕਰਦੇ ਭਾਈ ਮਰਦਾਨਾ ਜੀ ਦੀ ਭੁੱਖ ਦੇ ਬਹਾਨੇ ਅਨੇਕਾਂ ਜੀਵਾਂ ਦਾ ਉਧਾਰ ਕਰਦੇ ਸੀ। ਪਰ ਆਪ ਜੀ ਨੂੰ ਕਦੇ ਭੁੱਖ ਨਹੀਂ ਸੀ ਲੱਗੀ। ਆਪ ਜੀ ਬਹੁਤ ਘੱਟ ਛਕਦੇ ਕਿਸੇ ਆਪਣੇ ਪਰਮੇਸ਼ਰ ਦੇ ਪਿਆਰੇ ਦੇ ਕੋਲ ਜਾ ਕੇ, ਨਹੀਂ ਤਾਂ ਪੌਣਾ ਹਾਰੀ ਰਹਿੰਦੇ ਸਨ। ਤੇ ਉਹੀ ਜੋਤ ਅੱਜ 10ਵੇਂ ਜਾਮੇ ਵਿੱਚ ਵਿਚਰ ਰਹੀ ਹੈ। ਜਿਹੜੇ ਸਿੰਘਾਂ ਨੂੰ 6-7 ਮਹੀਨਿਆਂ ਤੋਂ ਭੁੱਖਿਆਂ ਨੂੰ ਕਿਲੇ 'ਚੋਂ ਲੈ ਕੇ ਆਏ ਨੇ, ਉਹਨਾਂ ਦਾ ਭੁੱਖ ਤੇ ਉਹਨਾਂ ਦਾ ਥਕੇਵਾਂ ਪਾਤਸ਼ਾਹ ਨੇ ਪਤਾ ਹੀ ਨਹੀਂ ਕਿੱਧਰ ਭਜਾ ਦਿੱਤਾ ਹੈ। ਇੰਨੇ ਤਕੜੇ ਕਰ ਦਿੱਤੇ ਕਿ ਹਜ਼ਾਰਾਂ ਦੀ ਗਿਣਤੀ ਵਿੱਚ ਦੁਸ਼ਮਣ ਨੂੰ ਵੜਦੇ ਫਿਰਦੇ ਹਨ। ਜੋ ਨਟ ਉਛਲਤ ਬਾਜੀ ਪਾਵਤ, ਤਿਉ ਬਲ ਤੇ ਏਕਲ ਚਲ ਜਾਵਤ। ਨਟ ਕਹਿੰਦੇ ਹਨ ਬਾਜੀਗਰਾਂ ਨੂੰ। ਪਹਿਲਾਂ ਆਪਣੇ ਪਿੰਡਾਂ ਦੇ ਵਿੱਚ ਬਾਜੀਆਂ ਪੈਂਦੀਆਂ ਸਨ। ਬਾਜੀਗਰ ਨਟ ਇਹ ਬੜੇ ਉਛਲ ਕੇ ਗੁਰੂ ਪਿਆਰੋ ਲੋਕਾਂ ਨੂੰ ਆਪਣੀਆਂ ਖੇਡਾਂ, ਆਪਣੇ ਕੌਤਕ ਵਿਖਾਉਂਦੇ ਤੇ 4 ਪੈਸੇ ਲੈਂਦੇ ਸਨ, ਰੋਜੀ ਰਿਜ਼ਕ ਕਮਾਉਂਦੇ ਸਨ। ਇਸੇ ਤਰ੍ਹਾਂ ਬਾਜੀਗਰਾਂ ਦੀ ਨਿਆਈ ਛਾਲਾਂ ਮਾਰਦੇ ਹੋਏ ਸਿੰਘ
ਇੱਥੇ 10 ਕ ਵੱਡੇ, ਛਾਲ ਮਾਰ ਕੇ ਦੂਜੇ ਝੁੰਡ ਜਾ ਵੜੇ, ਉੱਥੇ 10 ਕ ਵੱਡੇ। ਇੱਦਾਂ ਸਭ ਦੁਸ਼ਮਣਾਂ ਨੂੰ ਚੱਡੇ ਗਾਟੇ ਕਰ ਰਹੇ ਹਨ। जब लग प्राण तजे नहरन में तब लग तेरी पुन के तन में। ਆਖਰੀ ਸਵਾਸ ਤੱਕ, ਖੂਨ ਦੇ ਆਖਰੀ ਕਤਰੇ ਤੱਕ ਜਿੰਨਾ ਚਿਰ ਸਰੀਰ ਚੱਲਦਾ ਹੈ, ਦੁਸ਼ਮਣਾਂ ਨੂੰ ਵੱਢਦੇ ਜਾਣਾ ਹੈ। मारे जाए मग लग जेते करपुर खार तहाने तेते। ਔਰ ਮਰਨ ਤੱਕ, ਭਾਵ ਆਪਣੀ ਸ਼ਹੀਦੀ ਤੱਕ, ਜਿੰਨੇ ਮਾਰੇ ਜਾਣ, ਜਿੰਨੇ ਵੱਡੇ ਜਾਣ ਇਹ ਤੁਰਕ, ਇਹ ਜ਼ੁਲਮ ਕਰਨ ਵਾਲੇ ਜ਼ਾਲਮ, ਓਨਾ ਹੀ ਪੁਰਸ਼ਾਰਥ ਹੈ, ਓਨਾ ਹੀ ਸੰਸਾਰ ਦਾ ਭਲਾ ਹੈ। पंचो सिंह सो वीर मचाले लड़कर बहुतन के कर काले। ਇਉਂ ਪੰਜਾਂ ਸਿੰਘਾਂ ਨੇ ਮੁੱਛ ਲਿਆਲੇ, ਭਾਵ ਚੜ੍ਹਦੀ ਕਲਾ ਦੇ ਵੱਡੇ ਵੱਡੇ ਮੁਸ਼ਹਿਰਿਆਂ ਵਾਲੇ, ਵੱਡੀਆਂ ਵੱਡੀਆਂ ਮੁੱਛਾਂ ਵਾਲੇ, ਜਿਨ੍ਹਾਂ ਨੇ ਮੁੱਛਾਂ ਨੂੰ ਵੱਟ ਦੇ ਕੇ ਜੰਗ ਦੇ ਮੈਦਾਨ ਵਿੱਚ ਆ ਕੇ ਵੜਨਾ ਕੀਤਾ ਹੈ, ਉਹ ਵੀਰ ਮੁੱਛ ਲਿਆਲੇ ਜਿਹੜੇ ਹਨ ਪੰਜੇ ਸਿੰਘ ਸਾਹਿਬਜ਼ਾਦਾ ਜੀ ਦੇ ਨਾਲ ਬੇਅੰਤ ਦੁਸ਼ਮਣਾਂ ਦੇ ਘਰ ਖਾਲੀ ਕਰ ਦਿੱਤੇ ਹਨ। जल को मच हलावे जैसे हला चाल लश्कर में तैसे। ਔਰ ਜਦੋਂ ਅੰਦਰੋਂ ਨਿਕਲ ਕੇ ਸਿੰਘ ਦੁਸ਼ਮਣ ਦੀ ਫੌਜ ਵਿੱਚ ਵੜਦੇ ਆ ਨਾ, ਤੇ ਦੁਸ਼ਮਣ ਦੀ ਫੌਜ ਇੱਕ ਵਾਰੀ ਐਂ ਹਲ ਜਾਂਦੀ ਹੈ ਜਿਵੇਂ ਮਗਰਮੱਛ ਸਰੋਵਰ ਦੇ ਨਦੀ ਦੇ ਪਾਣੀ ਨੂੰ ਹਿਲਾ ਦਿੰਦਾ ਹੈ। ਜਦੋਂ ਸਿੰਘਾਂ ਨੇ ਡਿਓੜੀ ਦੇ ਗੇਟ ਤੋਂ ਬਾਹਰ ਨਿਕਲਣਾ, ਸ਼ਸਤਰ ਉੱਥੋਂ ਹੀ ਚਲਾਉਣਾ ਸ਼ੁਰੂ ਕਰ ਦੇਣਾ, ਤੇ ਦੁਸ਼ਮਣ ਵਿੱਚ ਹਲ ਚੱਲੀ ਮਚਾ ਦੇਣੀ। सन के घर तुपक चलाई एक के बहुत लग लग गिर जाई। ਔਰ ਪਹਿਲਾਂ ਇਹਨਾਂ ਨੇ ਬੰਦੂਕਾਂ ਚਲਾਈਆਂ, 6 ਬੰਦੂਕਾਂ ਹਨ। 6 ਬੰਦੂਕਾਂ ਨੂੰ ਵਾਰ-ਵਾਰ ਇਹਨਾਂ ਨੇ ਸ਼ਲਖ ਚਲਾਉਣਾ ਹੁੰਦਾ, ਇਕੱਠੀਆਂ ਚਲਾਉਣੀਆਂ। ਕਈ ਸ਼ਲਖਾਂ ਬੰਦੂਕਾਂ ਦੀਆਂ ਚਲਾਈਆਂ, ਕਿਸੇ ਦੀ ਇੱਕ ਗੋਲੀ ਇੱਕ ਨੂੰ ਲੱਗੀ ਕਿ ਬਹੁਤਿਆਂ ਨੂੰ ਲੱਗੀ, ਭਾਵ ਅੰਦਰੋਂ ਨਿਕਲਿਆ ਹੋਇਆ ਬਰੂਦ ਜਿੰਨੇ ਦੁਸ਼ਮਣਾਂ ਦੇ ਵੱਜਿਆ ਉਹਨਾਂ ਨੂੰ ਜਾਂ ਮਾਰ ਦਿੰਦਾ ਜਾਂ ਘਾਇਲ ਕਰਕੇ ਸਿੱਟ ਦਿੰਦਾ ਹੈ ਜੀ। जुझार सिंह जोर विसाला बैस किशोर दिपत बड़ डाला। ਦਿਪਤ ਵੱਡ ਭਾਲਾ, ਤਾਂ ਉਹਨਾਂ ਦੇ ਵੱਡੇ ਮੱਥੇ ਦੇ ਉੱਤੇ ਚਮਕਾਰਾਂ ਪੈਂਦੀਆਂ, ਚਿਹਰਾ ਚਮਕਦਾ ਹੈ। ਸਾਹਿਬਜ਼ਾਦਾ ਜੁਝਾਰ ਸਿੰਘ ਜੀ ਬਹੁਤ ਤਾਕਤ ਹੈ, ਗੁਰੂ ਪਿਤਾ ਦਾ ਪੁੱਤਰ ਹੈ, ਤੇ ਕੁਝ ਗੁਰੂ ਪਿਤਾ ਦੀ ਬਖਸ਼ਿਸ਼ ਵੀ ਉਹਨਾਂ ਦੇ ਉੱਤੇ ਹੈ ਇਸ ਵੇਲੇ। ਤਾਂ ਗੁਰੂ ਪਿਆਰੇ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਬੜੇ ਜ਼ੋਰ ਦੇ ਨਾਲ ਬੈਸ਼ ਕਿਸ਼ੋਰ ਅਵਸਥਾ ਹੁੰਦੀ ਹੈ, ਬਚਪਨ ਤੋਂ ਨਿਕਲ ਗਏ ਹਨ, ਪਰ ਉਹ ਜਿਹੜੀ ਭਰ ਜਵਾਨੀ ਹੁੰਦੀ ਹੈ ਉਹ ਨਹੀਂ ਹਜੇ ਆਈ, ਕਿਸ਼ੋਰ ਅਵਸਥਾ ਇਹਦੇ ਵਿਚਾਲੇ ਆ। ਤਾਂ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਕਿਸ਼ੋਰ ਉਮਰ ਦੇ ਵਿੱਚ ਹਨ, ਕਿਸ਼ੋਰ ਅਵਸਥਾ ਦੇ ਵਿੱਚ ਹਨ। ਦਿਪਤ ਵੱਡ ਭਾਲਾ, ਪਰ ਚਿਹਰਾ ਮੱਥਾ ਬੜਾ ਚਮਕਦਾ ਹੈ। देखो जिम भराता जो जोधा तैसे करन लग्यो बड़ क्रोध। ਤਾਂ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਨੇ ਉਸ ਵੇਲੇ ਪਿਤਾ ਗੁਰੂ ਦੇ ਕੋਲ ਗੜੀ ਦੇ ਉੱਪਰ ਖੜੇ ਸੀ, ਜਦੋਂ ਥੱਲੇ ਸਾਹਿਬਜ਼ਾਦਾ ਅਜੀਤ ਸਿੰਘ ਜੀ ਜੰਗ ਕਰ ਰਹੇ ਸੀ, ਤੇ ਜਿਵੇਂ ਉਹਨਾਂ ਦੇ ਵੱਡੇ ਭਾਈ ਸਾਹਿਬ ਨੇ ਜੰਗ ਕੀਤਾ, ਜੁਝਾਰ ਸਿੰਘ ਨੇ ਵੀ ਉਸੇ ਹੀ ਲੀਹਾਂ ਤੇ ਚੱਲਦਿਆਂ ਹੋਇਆਂ ਆ ਕੇ ਜੰਗ ਸ਼ੁਰੂ ਕਰ ਦਿੱਤਾ ਜੀ। तुर को दंड प्रचंड महाना तीखन बान तीन ते ताना। ਪਹਿਲਾਂ ਸਖਤ ਕਮਾਨ ਫੜਿਆ ਹੈ, ਤਿੱਖੇ ਤਿੱਖੇ ਤੀਰ ਚਲਾਉਣੇ ਕੀਤੇ ਹਨ। पिता प्रसन्न होए जिमहेरा तथा शीघ्रता करे बडेरा। ਜਿਵੇਂ ਪਿਤਾ ਦੀ ਮੈਨੂੰ ਵੀ ਖੁਸ਼ੀ ਮਿਲੇ, ਜਿਵੇਂ ਵੱਡੇ ਭਾਈ ਸਾਹਿਬਜ਼ਾਦਾ ਅਜੀਤ ਸਿੰਘ ਨੂੰ ਮਿਲੀ ਆ, ਜਿਵੇਂ ਹੋਰ ਸਿੰਘਾਂ ਨੂੰ ਮਿਲੀ ਆ, ਮੈਂ ਵੀ ਉਸੇ ਤਰ੍ਹਾਂ ਖੁਸ਼ੀ ਲੈਣੀ ਚਾਹੁੰਦਾ ਹਾਂ। ਸਾਹਿਬਜ਼ਾਦਾ ਜੁਝਾਰ ਸਿੰਘ ਜੀ ਦਾ ਵੀ ਉਹੀ ਮਕਸਦ ਹੈ, ਇਸ ਕਰਕੇ ਪਿਤਾ ਦੀ ਖੁਸ਼ੀ ਲੈਣ ਲਈ ਪਹਿਲਾਂ ਨਿਠੁਰ ਸਖਤ ਜਿਹਾ ਧਨੁੱਖ ਫੜਿਆ ਤੇ ਮੋਢੇ ਤੇ ਪਾਏ ਪੱਥੇ ਚੋਂ ਤੀਰ ਕੱਢ ਕੱਢ ਕੇ ਛੱਡਣੇ ਸ਼ੁਰੂ ਕੀਤੇ ਜੀ ਦੋਹਰਾ। श्री जुझार सिंह जी जोरावरी दिखाए। ਇਉਂ ਜੁਝਾਰ ਸਿੰਘ ਜੀ ਆਪਣੀ ਤਾਕਤ, ਆਪਣਾ ਜ਼ੋਰ ਵਿਖਾਉਣ ਲੱਗੇ। मारत सो पट तुरंग को धन देत उथलाए। ਔਰ ਜਦੋਂ ਇਹ ਤੀਰ ਕੰਨ ਤਾਂ ਖਿੱਚ ਕੇ ਛੱਡਦੇ ਹਨ, ਤੇ ਇਹਨਾਂ ਦਾ ਤੀਰ ਜੇ ਅਸਵਾਰ ਦੇ ਲੱਗਦਾ, ਫੌਜੀ ਦੇ ਲੱਗਦਾ,
ਉਹ ਉਛਲ ਕੇ ਡਿੱਗ ਪੈਂਦਾ ਹੈ, ਤੇ ਜੇ ਘੋੜੇ ਲੱਗਦਾ ਹੈ ਤੇ ਘੋੜਾ ਵੀ ਡਿੱਗ ਪੈਂਦਾ ਜੀ। ਗਲਤ ਪਦ ਛੰਦ ਜਿਤ ਕੋ ਜਾਏ ਹਲਾ ਹਲ ਹੋਵੇ, ਇਹ ਆਵਤ ਲਿਓ ਮਾਰੀ। ਔਰ ਜਦੋਂ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਇੱਕ ਥਾਂ ਟਿਕਦੇ ਨਹੀਂ, ਕਿਉਂਕਿ ਇਹ ਵੀ ਜੰਗ ਕਰਨ ਦਾ ਇੱਕ ਢੰਗ ਹੈ, ਨਹੀਂ ਤਾਂ ਦੁਸ਼ਮਣ ਬਿੰਨ ਲੈਂਦਾ ਨਿਸ਼ਾਨਾ, ਇਸ ਕਰਕੇ ਇੱਕ ਥਾਂ ਟਿਕਦੇ ਨਹੀਂ, ਉਹ ਕੋਨੇ ਤੇ ਖੜੇ ਹੈ ਤੇ ਅਗਲੇ ਮਿੰਟ ਬਾਅਦ ਇਧਰਲੇ ਕੋਨੇ ਤੇ ਜਾ ਖੜੇ। ਕੋਈ ਸਤਨਾਮ। ਅਗਲੇ ਸਕਿੰਟ ਬਾਅਦ ਇੱਥੋਂ ਵਾਰ ਕਰਕੇ ਦੂਜੇ ਥਾਂ ਤੇ ਜਾ ਖੜੇ, ਦੂਜੇ ਥਾਂ ਤੋਂ ਤੀਜੇ ਚੌਥੇ ਤੇ ਜਾ ਖੜੇ। ਦੁਸ਼ਮਣ ਇੰਨਾ ਕਹਿੰਦਾ ਹੀ ਰਹਿ ਜਾਂਦਾ, ਉਹ ਆ ਗਿਆ, ਓਏ ਮਾਰੋ ਇਸ ਨੂੰ। ਇੰਨਾ ਕਹਿੰਦੇ ਆ ਜੁਝਾਰ ਸਿੰਘ ਜੀ ਦੂਜੇ ਟਿਕਾਣੇ ਤੇ ਚਲੇ ਜਾਂਦੇ ਹਨ। ਇਸ ਤਰ੍ਹਾਂ ਗੁਰੂ ਪਿਆਰਿਓ, ਸ਼੍ਰੀ ਜੁਝਾਰ ਸਿੰਘ ਜੀ ਨੂੰ ਦੇਖ ਕਰਕੇ ਜਿੱਤ ਕੋ ਜਾਏ ਹਲਾ ਹਲ ਹੋਵੇ, ਜਿੱਧਰ ਨੂੰ ਜਾਂਦਾ ਫੜ ਲੋ ਮਾਰ ਲੋ, ਆ ਗਿਆ ਦਾ। 102 ਸੈ ਉਮੜਤ ਗਏ ਅਯੁੱਧ, ਨਗਨ ਖੜ ਕਰ ਧਾਰੀ। ਔਰ ਦੁਸ਼ਮਣ ਜਿਹੜਾ ਹੈ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਵੀ ਬੜੇ ਫਰਤੀਲੇ ਹਨ ਗੁਰੂ ਪਿਆਰਿਓ। 100-200 ਤੁਰਕ ਜਿਹੜਾ ਹੈ ਆਪਣੇ ਬਸਤਰ, ਆਪਣੇ ਬਰਸ਼ੇ, ਆਪਣੀਆਂ ਤਲਵਾਰਾਂ ਲੈ ਕੇ ਮਗਰਾ ਕਰਦੇ ਹਨ। ਸੇਲੇ ਸਾਧਨ ਤੋਮਰ ਤੀਰਨਾ, ਅਦਕ ਛੁਟਾਏ ਤੁਫੰਗਾ। ਉਹ ਮਗਰ ਜਾ ਕੇ ਹਮਲਾ ਕਰਦੇ ਹਨ, ਪਰ ਸਤਿਗੁਰੂ ਪਾਤਸ਼ਾਹ ਦਾ ਇੱਕ ਬਚਨ ਹੈ, ਖੜਗ ਕੇਤ ਮੈਂ ਸਰਨ ਤਿਹਾਰੀ, ਆਪ ਹਾਥ ਦਾ ਲਿਓ ਉਭਾਰੀ। ਇਹ ਤਲਵਾਰਾਂ ਦੇ ਖੇਤ ਵਿੱਚ, ਖੜਗ ਕਹਿੰਦੇ ਆ ਤਲਵਾਰ ਨੂੰ, ਖੇਤ ਕਹਿੰਦੇ ਆ ਮੈਦਾਨ ਨੂੰ, ਜੰਗ ਦੇ ਮੈਦਾਨ ਨੂੰ। ਇਹ ਤਲਵਾਰਾਂ ਦੇ ਖੇਤ ਵਿੱਚ, ਸ਼ਸਤਰਾਂ ਦੇ ਖੇਤ ਵਿੱਚ ਤੂੰ ਹੀ ਹੱਥ ਦੇ ਕੇ ਬਚਾਉਣਾ ਹੈ। ਤੇ ਉਹ ਹੱਥ ਸਾਹਿਬਜ਼ਾਦਾ ਜੁਝਾਰ ਸਿੰਘ ਦੇ ਸਿਰ ਤੇ ਵੀ ਹੈ। ਕਹਿਣ ਲੱਗੇ ਬੜਾ ਜ਼ੋਰ ਲਾਉਂਦੇ ਆ ਦੁਸ਼ਮਣ, 100-200 ਮਗਰ ਭੱਜਦੇ ਹੈ, ਪਰ ਸਾਹਿਬਜ਼ਾਦਾ ਜੀ ਇੰਨੇ ਫਰਤੀਲੇ ਆ, ਇੱਕ ਥਾਂ ਤੋਂ ਆਪਣਾ ਵਾਰ ਕੀਤਾ ਤੇ ਅਗਲੇ ਮਿੰਟ ਵਿੱਚ ਅਗਲੇ ਥਾਂ ਤੇ ਖੜੇ ਹੁੰਦੇ ਹੈ, ਤੇ ਦੁਸ਼ਮਣ ਵੇਖਦਾ ਰਹਿ ਜਾਂਦਾ ਹੈ। ਇਸ ਤਰ੍ਹਾਂ ਗੁਰੂ ਪਿਆਰਿਓ ਉਸ ਜਿਹੜੇ ਹਨ ਜ਼ੋਰ ਲਾ ਰਹੇ ਹਨ। ਕਰੇ ਜਤਨ ਬਹੁ ਘੇਰਨ ਕੋ ਮੇਲਾ, ਇਤੁਤ ਧਾਈ ਨਿਸ਼ੰਗਾ। ਬੜਾ ਜ਼ੋਰ ਲਾਉਂਦੇ ਐ ਕਿ ਸਾਹਿਬਜ਼ਾਦਾ ਜੁਝਾਰ ਸਿੰਘ ਨੂੰ ਘੇਰਾ ਪਾ ਕੇ ਮਾਰੀਏ, ਪਰ ਉਹ ਇੰਨੇ ਫਰਤੀਲੇ ਕਿ ਉਹਨਾਂ ਦੇ ਘੇਰੇ ਵਿੱਚ ਨਹੀਂ ਆ ਰਹੇ। ਇੱਕ ਥਾਂ ਤੋਂ ਵਾਰ ਕਰਦੇ ਆਪਣੇ ਸ਼ਸਤਰ ਦਾ, ਪਹਿਲਾਂ ਤੀਰਾਂ ਦੇ ਵਾਰ ਕੀਤੇ ਆ, ਫਿਰ ਅੱਗੇ ਜਾ ਕੇ ਤਲਵਾਰ ਕੱਢਣਗੇ। ਇਸ ਤਰ੍ਹਾਂ ਤੀਰਾਂ ਦੇ ਵਾਰ ਕਰ ਕਰਕੇ ਦੁਸ਼ਮਣ ਦੇ ਬੇਅੰਤ ਫੌਜੀਆਂ ਨੂੰ ਮਾਰ ਕੇ ਤੁਰੰਤ ਹੀ ਛਾਲ ਮਾਰ ਕੇ ਦੂਜੇ ਪਾਸੇ ਚਲੇ ਜਾਂਦੇ। ਦੁਸ਼ਮਣ ਵੇਖਦਾ ਰਹਿ ਜਾਂਦਾ। ਲਾਖੋ ਸ਼ਸਤਰ ਚਲਤ ਹੈ ਇਸ ਵਿਦ, ਜਨ ਬਲ ਤੇ ਕਨ ਬੁੱਠੈ। ਇਸ ਤਰ੍ਹਾਂ ਲੱਖਾਂ ਹੀ ਸ਼ਸਤਰ ਜੰਗ ਦੇ ਮੈਦਾਨ ਵਿੱਚ ਚੱਲ ਰਹੇ ਹਨ। ਜਿਸ ਤਰ੍ਹਾਂ ਘਣ ਬੱਦਲ ਜਿਹੜਾ ਹੈ ਮੂਸਲਾ ਧਾਰ ਮੀਂਹ ਲੈ ਕੇ ਵਰਦਾ ਹੋਵੇ, ਜਿਵੇਂ ਇੱਦਾਂ ਸ਼ਸਤਰ ਜੰਗ ਦੇ ਮੈਦਾਨ ਵਿੱਚ ਚੱਲ ਰਹੇ ਹਨ। ਪਰ ਜਾਂ ਕੋ ਰਾਖੇ ਸਾਈਆਂ ਤਾਂ ਕੋ ਮਾਰ ਨਾ ਸਕੈ ਕੋਈ। ਜੁਝਾਰ ਸਿੰਘ ਜੀ ਦਾ ਜਿੰਨਾ ਸਮਾਂ ਹੈ ਉਹਨਾਂ ਚਿਰ ਦੁਸ਼ਮਣ ਦਾ ਕੋਈ ਹਥਿਆਰ ਉਹਨਾਂ ਨੂੰ ਲੱਗ ਨਹੀਂ ਸਕਿਆ ਜੀ। ਹੋਰੀ ਤੀਰ ਤਰਾ ਤਰ ਬਰਖਤ, ਸ਼ਬਦ ਬੜੋ ਤਬ ਉਠੈ। ਔਰ ਇਸ ਤਰ੍ਹਾਂ ਕੋਈ ਗੋਲੀ ਚਲਾਉਂਦਾ, ਕੋਈ ਤੀਰ ਚਲਾਉਂਦਾ, ਤਾੜ ਤਾੜ ਤਰਾ ਤਾਰ ਭਾਵ ਲਗਾਤਾਰ ਵਰਸ ਰਹੇ ਹਨ। ਆਵਾਜ਼ਾਂ ਆਉਂਦੀਆਂ ਤਾੜ ਤਾੜ ਦੀਆਂ। ਹੱਥ ਦੇ ਪ੍ਰਭ ਰਾਖਤ ਸਭ ਤੇ, ਫਿਰਤ ਵਿੱਚ ਉਤਲਾਵਾ। ਪਰ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਇਹਨਾਂ ਦੇ ਕਾਬੂ ਵਿੱਚ ਨਹੀਂ ਆ ਰਹੇ। ਕਹਿਣ ਲੱਗੇ ਹੱਥ ਦੇ ਕੇ ਪਰਮੇਸ਼ਰ ਜਾਂ ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਪਰਮੇਸ਼ਰ ਦੇ ਸਰੂਪ ਆਪ ਬਚਾ ਰਹੇ ਹਨ, ਤੇ ਸਾਹਿਬਜ਼ਾਦਾ ਜੀ ਕਰਕੇ ਵਾਰ ਦੂਜੇ ਥਾਂ ਤੇ ਚਲੇ ਜਾਂਦੇ। ਖੜਗ ਨਿਕਾਸੇ ਬਾੜਤ ਸ਼ਤਰਣਾ, ਜੋ ਲਾਗੀ ਬਨਦਾਵਾ। ਤੇ ਫਿਰ ਉਹਨਾਂ ਨੇ ਹੁਣ ਆਪਣੇ ਮਿਆਨ ਦੇ ਵਿੱਚੋਂ ਤਲਵਾਰ ਕੱਢ ਲਈ ਹੈ ਗੁਰੂ ਪਿਆਰਿਓ, ਤੇ ਵੱਢਣੇ ਸ਼ੁਰੂ ਕੀਤੇ। ਜਿਵੇਂ ਦਾਵਾ ਨਾਲ ਅੱਗ ਹੁੰਦੀ ਹੈ ਜਿਹੜੀ ਜੰਗਲ ਨੂੰ ਲੱਗਦੀ ਹੈ। ਅੱਗ ਤਾਂ ਇੱਕ ਨੌ ਤਾਂ ਇੱਕ ਹੀ ਅੱਗ ਦਾ, ਪਰ ਇਹਦੇ ਰੂਪ ਕਈ ਹੈ। ਇੱਕ ਵੜਵਾ ਨਾਲ ਅੱਗ ਹੈ, ਇਹ ਸਮੁੰਦਰ ਵਿੱਚ ਲੱਗ ਜਾਂਦੀ ਹੈ, ਪਾਣੀ ਵਿੱਚ ਲੱਗ ਜਾਂਦੀ ਹੈ। ਇੱਕ ਦਾਵਾ ਨਾਲ ਅੱਗ ਹੈ, ਇਹ ਜੰਗਲ 'ਚ ਲੱਗਦੀ ਹੈ। ਇੱਕ ਅੱਗ ਸਾਡੀਆਂ ਰਸੋਈਆਂ ਦੇ ਵਿੱਚ ਰੋਟੀਆਂ ਪਕਾਉਂਦੀ ਹੈ। ਕੋਈ ਸਤਨਾਮ। ਇਸ ਕਰਕੇ ਗੁਰੂ ਪਿਆਰਿਓ ਦਾਵਾ ਨਾਲ ਅੱਗ ਜਿਵੇਂ ਜੰਗਲ ਨੂੰ ਲੱਗ ਜਾਂਦੀ ਹੈ, ਐਦਾਂ ਸਾਹਿਬਜ਼ਾਦਾ ਜੀ ਦੁਸ਼ਮਣ ਨੂੰ ਵੜਦੇ ਜਾ ਰਹੇ ਹੈ ਤਲਵਾਰ ਦੇ ਨਾਲ। ਜਿਨਮੇ ਨਿਕਸ ਜਾਤ ਹੈ ਵਿੱਚ ਤੇ, ਦੂਤੀ ਦਿਸ਼ਾ ਜਪ ਜਾਵੇ। ਔਰ ਕੁਛ ਉਮਰ ਛੋਟੀ ਹੋਣ ਕਰਕੇ ਦੁਸ਼ਮਣ ਉੱਚੇ ਉੱਚੇ ਵੱਡੇ ਵੱਡੇ ਕੱਦਾਂ ਵਾਲੇ ਉਹਨਾਂ ਦੇ ਥੱਲਿਓਂ ਦੀ ਨਿਕਲ ਜਾਂਦੇ ਹਨ। ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਕਿੱਧਰ ਚਲਿਆ ਗਿਆ।
ਇਸ ਤਰ੍ਹਾਂ ਦੂਜੀ ਦਿਸ਼ਾ ਵੱਲ ਚਲੇ ਜਾਂਦੇ। खड़ग कड़ाकड़ मार मचे जब महारौर तब पावे। ਉਦੋਂ ਪਤਾ ਲੱਗਦਾ ਜਾਂ ਦੂਜੇ ਥਾਂ ਤੇ ਜਾ ਕੇ ਤਲਵਾਰ ਚਲਾ ਦਿੰਦੇ ਤੇ ਕਈਆਂ ਨੂੰ ਵੱਢ ਦਿੰਦੇ। ਉਹ ਉਧਰ ਚਲਿਆ ਗਿਆ, ਫੜੋ ਇਸ ਨੂੰ, ਇੱਧਰ ਆ ਗਿਆ। ਉੱਥੋਂ ਵੇਖਦੇ ਆ, ਉਧਰ ਜਾ ਖੜਿਆ। ਇਦਾਂ ਜੁਝਾਰ ਸਿੰਘ ਨੇ ਕਹਿੰਦੇ ਕਮਾਲ ਦਾ ਜੰਗ ਦਿਖਾਇਆ। जन खेलत है बालक संगे अत आनंद उमगंते। ਔਰ ਸਾਹਿਬਜ਼ਾਦਾ ਜੁਝਾਰ ਸਿੰਘ ਦੀ ਤਾਂ ਖੇਡ ਬਣ ਗਈ ਆ, ਦੁਸ਼ਮਣ ਦੇ ਭਾਰੀ ਬਣੀ ਹੋਈ ਆ। ਦੁਸ਼ਮਣ ਕੋਸ਼ਿਸ਼ ਕਰਦਾ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਨੂੰ ਫੜਨ ਦੀ, ਪਰ ਇਹ ਤਾਂ ਬੱਚਿਆਂ ਦੀ ਤਰ੍ਹਾਂ ਕਦੇ ਇੱਧਰ ਖੇਡਦੇ ਖੇਡਦੇ ਉੱਥੇ ਜਾ ਵੱਜੇ ਛਾਲ ਮਾਰ ਕੇ, ਉੱਥੇ ਪੰਜਾਂ ਸੱਤਾਂ ਦੇ ਗਾਟੇ ਲਾਹੇ। ਇਸ ਤਰ੍ਹਾਂ ਕਰਦਿਆਂ ਬੜੇ ਆਨੰਦ ਨਾਲ ਖੇਡ ਰਹੇ ਐ। जीत जात है जित कित है कह पुन धावत चपलंते। ਔਰ ਜਿੱਧਰ ਵੀ ਜਾਂਦੇ ਆ ਦੁਸ਼ਮਣ ਤੇ ਹਮਲਾ ਕਰਕੇ ਨਿਕਲ ਜਾਂਦੇ ਆ, ਭਾਵ ਜਿੱਤ ਜਾਂਦੇ ਆ, ਦੁਸ਼ਮਣ ਦੇ ਕਾਬੂ 'ਚ ਨਹੀਂ ਆ ਰਹੇ। खड़गन की चौदिश छावती बात है चौफेरे। ਇਸ ਤਰ੍ਹਾਂ ਗੁਰੂ ਪਿਆਰਿਓ ਜਿੱਧਰ ਜਾਂਦੇ ਆ ਉਧਰ ਹਮਲਾ ਕਰਕੇ ਨਿਕਲ ਜਾਂਦੇ ਆ, ਜਿੱਤ ਜਾਂਦੇ ਆ। ਚਪਲੰਤੇ ਬੜੀ ਹੀ ਫੁਰਤੀ ਦੇ ਨਾਲ ਧਾਵਾ ਬੋਲਦੇ ਐ। ਤਲਵਾਰਾਂ ਦੀ ਬੇਸ਼ੱਕ 4 ਛਪੇਰੇ ਛਾਂ ਹੈ। ਛਾਂ ਦਾ ਮਤਲਬ ਤਲਵਾਰਾਂ ਬਹੁਤ ਹੈ ਜੰਗ ਦੇ ਮੈਦਾਨ ਵਿੱਚ, ਦੁਸ਼ਮਣ ਲੱਖਾਂ ਦੀ ਗਿਣਤੀ 'ਚ ਹੈ, ਉਨੇ ਹੀ ਸ਼ਸਤਰ ਚੱਲ ਰਹੇ ਹੈ। ਪਰ ਦੇਖੋ ਤਲਵਾਰਾਂ ਦੀ ਛਾਂ ਦੇ ਵਿੱਚ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਕਿਸ ਤਰ੍ਹਾਂ ਜੰਗ ਕਰ ਰਹੇ ਨੇ। पटेबाज की विद्या कर कर घात करे कर गेरे। ਪਟੇਬਾਜ਼ ਹੁੰਦੇ ਆ, ਜਿਵੇਂ ਤੁਸੀਂ ਨਗਰ ਕੀਰਤਨ ਵਿੱਚ ਗੁਰੂ ਪਿਆਰਿਓ ਵੇਖਦੇ ਹੋ ਆਪਣੇ ਗੱਤਕਾ ਖੇਡਣ ਵਾਲਿਆਂ ਨੂੰ, ਜਿਵੇਂ ਗੱਤਕਾ ਖੇਡਣ ਵਾਲੇ ਛਾਲਾਂ ਮਾਰ ਕੇ ਇੱਧਰ ਉੱਧਰ ਹੁੰਦੇ ਆ ਨਾ, ਉਹ ਥੋੜ੍ਹੇ ਸੀਨ ਤੁਹਾਨੂੰ ਵਿਖਾਏ ਆ। ਇੱਦਾਂ ਦੇ ਓਰੀਜਨਲ ਸੀਨ ਜੰਗ ਦੇ ਵਿੱਚ ਜੁਝਾਰ ਸਿੰਘ ਜੀ ਦਿਖਾ ਰਹੇ ਆ। ਕਹੋ ਸਤਿਨਾਮ। ਨਗਰ ਕੀਰਤਨ ਵਿੱਚ ਜਿਵੇਂ ਉਹ ਤਾਂ ਤਲਵਾਰਾਂ ਦੀ ਖੇਡ ਹੁੰਦੀ ਹੈ, ਤਲਵਾਰ ਚਲਾਉਣੀ ਜੋਸ਼ ਨਾਲ ਹੈ, ਪਰ ਆਪਣੇ ਸਾਹਮਣੇ ਵਾਲੇ ਨੂੰ ਦੁਸ਼ਮਣ ਸਮਝ ਕੇ ਚਲਾਉਣੀ ਦੁਸ਼ਮਣ ਵਾਂਗੂ ਹੈ, ਪਰ ਵੱਜਣ ਦੇ ਨਹੀਂ, ਕਿਉਂਕਿ ਉਹ ਦੁਸ਼ਮਣ ਨਹੀਂ ਹੈ। ਪਰ ਇੱਥੇ ਤਾਂ ਫਿਰ ਚਲਾਉਣੀ ਹੈ ਤੇ ਮਾਰਨੀ ਵੀ ਹੈ। ਜੁਝਾਰ ਸਿੰਘ ਜੀ ਗੱਤਕਾ ਖੇਡਣ ਵਾਲਿਆਂ ਵਾਂਗੂ, ਪਟੇਬਾਜ਼ਾਂ ਵਾਂਗੂ ਸ਼ਸਤਰ ਚਲਾਉਂਦੇ ਹੈ ਤੇ ਕਈਆਂ ਨੂੰ ਵੱਢ ਦਿੰਦੇ ਹਨ। बाहों के सिर किंदक समरुड़त कर पग डंडन मारा। ਇਸ ਤਰ੍ਹਾਂ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਕਹਿੰਦੇ वही रकत की सलता जित कित लोथन के अंबारा। ਔਰ ਕਈ ਪੈਰ ਹੋ ਗਏ ਜੰਗ ਹੁੰਦੇ ਨੂੰ ਗੁਰੂ ਪਿਆਰਿਓ, ਤੇ ਚਮਕੌਰ ਸਾਹਿਬ ਦੀ ਇਸ ਗੜੀ ਦੇ ਆਸੇ ਪਾਸੇ ਲੋਥਾਂ ਦਾ ਢੇਰ ਲੱਗ ਗਿਆ ਹੈ ਤੇ ਦੁਸ਼ਮਣਾਂ ਦੇ ਮਰਨ ਵਾਲਿਆਂ ਦੇ ਸਰੀਰ ਚੋਂ ਨਿਕਲੇ ਹੋਏ ਖੂਨ ਦੀ ਨਦੀ ਚੱਲ ਪਈ ਹੈ। बाहों के सिर किंदक समरुड़त कर पग डंडन मारा। ਔਰ ਕਿਤੇ ਤਾਂ ਸਿਰ ਪਏ ਹਨ ਜਿਵੇਂ ਕੋਈ ਖੁੱਦੋ ਖੁੰਡੀ ਖੇਡਦਾ ਹੋਇਆ ਖੁੱਦੋ ਛੱਡ ਗਿਆ ਹੋਵੇ, ਤੇ ਕਿਧਰੇ ਪੈਰ ਲੱਤਾਂ ਵੱਡੀਆਂ ਪਈਆਂ, ਹੱਥ ਵੱਡੇ ਪਏ ਆ ਜਿਵੇਂ ਖੁੰਡੀਆਂ ਪਈਆਂ ਹੋਣ, ਡੰਡੇ ਪਏ ਹੋਣ। ਐਸਾ ਭਿਆਨਕ ਚਮਕੌਰ ਸਾਹਿਬ ਦੀ ਗੜੀ ਦਾ ਜੰਗ ਉਸ ਮੈਦਾਨ ਦੀ ਹਾਲਤ ਹੋਈ ਹੈ। ਬ੍ਰਿੰਦ ਬ੍ਰਿੰਦ ਪਖੀਅਨ ਕਰਿਆਮ ਕਾ ਬੈਠੀ ਕਿਤਕ ਨ ਡੋਲੇ। ਹੁਣ ਗਿਰਜਾਂ ਵੀ ਕਿੰਨਾ ਕੁ ਖਾਣ ਭਾਈ, ਉਹ ਵੀ ਰੱਜ ਪੁੱਜ ਕੇ ਕੰਧਾਂ ਤੇ ਬਹਿ ਗਈਆਂ। ਕਹੋ ਸਤਿਨਾਮ। ਉਹ ਵੀ ਜੰਗ ਵੇਖਣ ਲੱਗ ਪਈਆਂ। ਜਿਹੜੇ ਮਾਸ ਖਾਣੇ ਜਾਨਵਰ ਸੀ ਬਹੁਤ ਇਕੱਠੇ ਹੋ ਗਏ। ਗਿੱਦੜ ਵੀ ਉੱਥੇ ਆ ਗਏ, ਕਾਂ ਵੀ ਆ ਗਏ, ਗਿਰਜਾਂ ਵੀ ਆ ਗਈਆਂ। ਕਹਿੰਦੇ ਗਿਰਜਾਂ ਜਿਹੜੀਆਂ ਬ੍ਰਿਧ ਪੱਖੀਆਂ ਬਹੁਤ ਖਾਧਾ ਮਾਸ ਇਹਨਾਂ ਨੇ ਰੱਜ ਕਰਕੇ ਹੁਣ ਕੰਧਾਂ ਤੇ ਬੈਠ ਕੇ ਲੱਗਦਾ ਇਹ ਵੀ ਜੰਗ ਵੇਖ ਰਹੀਆਂ ਹਨ। ਬ੍ਰਿੰਦ ਬ੍ਰਿੰਦ ਪਖੀਅਨ ਕਰਿਆਮ ਕਾ ਬੈਠੀ ਕਿਤਕ ਨ ਡੋਲੇ। ਔਰ ਇਸ ਤਰ੍ਹਾਂ ਗੁਰੂ ਪਿਆਰਿਓ ਡੋਲਦੀਆਂ ਨਹੀਂ, ਇੱਕ ਥਾਂ ਤੇ ਬੈਠੀਆਂ ਹਨ, ਰੱਜ ਪੁੱਜ ਕੇ ਹੁਣ ਹਜਮ ਕਰਦੀਆਂ ਲੱਗਦਾ। ਅੰਤਰ ਸੂਰਨ ਬੁੱਟਿਆ ਉਛਲਤਾ ਯਾਤੇ ਚੀਕਤ ਬੋਲੇ। ਔਰ ਜੰਗ ਦੇ ਮੈਦਾਨ ਵਿੱਚ ਜਿਹੜੇ ਹਨ ਗਿੱਦੜ ਤੇ ਹੋਰ ਜਾਨਵਰ ਜਿਹੜੇ ਹਨ ਉਹ ਖਾ ਪੀ ਕੇ ਗਿਰਜਾਂ ਆਦਿ ਰੌਲਾ ਵੀ ਪਾਉਂਦੀਆਂ ਫਿਰਦੀਆਂ, ਚੀਕਾਂ ਵੀ ਮਾਰਦੀਆਂ ਹਨ। ਕਾਕ ਕੰਕ ਕੇ ਕੂਕੇ ਕੂਕ ਹੈ ਚਾਬਕ ਬੋਲ ਸੁਣਾਵੇ। ਕਾਂ 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 ਕਰਕੇ ਹੋਰ ਆਪਣੇ ਸਾਥੀਆਂ ਨੂੰ ਬੁਲਾ ਰਹੇ ਆ ਵੀ ਆ ਜਾਓ, ਇੱਥੇ ਲੱਗਦਾ ਖੁੱਲਾ ਕੰਮ ਹੈ ਖਾਣ ਪੀਣ ਦਾ। ਕਹੋ ਸਤਿਨਾਮ। ਕਾਂ ਜਿਹੜੇ ਆ ਉੱਚੀ ਚੜ੍ਹ ਕੇ ਕਾਂ ਕਾਂ ਕਰਦੇ ਆ ਤੇ ਕਾਂ ਕਾਂ ਸੁਣ ਕੇ ਦੂਜੇ ਕਾਂ ਵੀ ਆ ਜਾਂਦੇ ਆ। ਇਸੇ ਤਰ੍ਹਾਂ ਹੀ ਜਾਂਬੋ ਕਹਿੰਦੀ ਆ ਗਿੱਦੜਾਂ ਨੂੰ, ਤੇ ਗਿੱਦੜਾਂ ਦਾ ਸੁਭਾਅ ਰੱਜ ਕੇ ਚੀਕਾਂ ਮਾਰਨੀਆਂ। ਇਹ ਵੀ ਤੜਕੇ ਤੋਂ ਲੱਗੇ ਹੋਏ ਆ ਖਾਣ ਵਾਸਤੇ, ਤੇ ਰੱਜ ਪੁੱਜ ਕੇ ਇਹਨਾਂ ਦੀ ਆਦਤ ਹੈ ਚੀਕਾਂ ਮਾਰਨ ਦੀ। ਪਰ ਕਈ ਵਾਰੀ ਇਹ ਆਦਤ ਇਹਨਾਂ ਨੁਕਸਾਨ ਵੀ ਕਰ ਜਾਂਦੀ ਹੈ।
ਕਹਿੰਦੇ ਇੱਕ ਗਿੱਦੜ ਤੇ ਉੱਠ ਦੀ ਦੋਸਤੀ ਪੈ ਗਈ। ਔਰ ਇੱਕ ਨਹਿਰ ਦੇ ਪਰਲੇ ਪਾਸੇ ਖਰਬੂਜਿਆਂ ਦਾ ਬਾੜਾ ਸੀਗਾ। ਹੁਣ ਗਿੱਦੜ ਪਾਣੀ ਵੀ ਦੀ ਟੱਪ ਨਹੀਂ ਸਕਦਾ। ਇੱਕ ਉੱਠ ਨੂੰ ਫਿਰ ਉਹਨੇ ਆਪਣੇ ਮਗਰ ਲਾਇਆ, ਕਹਿੰਦੇ ਆੜੀਆ ਹਾਂ ਦੱਸ। ਕਹਿੰਦਾ ਨਹਿਰ ਦੇ ਪਰਲੇ ਪਾਸੇ ਖਰਬੂਜਿਆਂ ਦਾ ਬਾੜਾ ਯਾਰ, ਤੇ ਤੇਰਾ ਵੀ ਪੇਟ ਕਾਫੀ ਵੱਡਾ ਸਾਰਾ, ਤੂੰ ਵੀ ਰੱਜ ਕੇ ਖਾਵੀਂ ਤੇ ਮੈਂ ਵੀ ਰੱਜ ਕੇ ਖਾਵਾਂ ਤੇ ਚੱਲੀਏ। ਉਹ ਕਹਿੰਦਾ ਚੱਲ। ਕਹਿੰਦਾ ਪਰ ਪਾਣੀ 'ਚ ਮੈਥੋਂ ਟੱਪਿਆ ਨਹੀਂ ਜਾਣਾ। ਕਹਿੰਦਾ ਕੋਈ ਨਹੀਂ, ਮੇਰੀ ਢੂਈ 'ਤੇ ਬੈਠ ਜਾ ਤੂੰ, ਆਪਾਂ ਟੱਪ ਜਾਂਦੇ ਹਾਂ। ਦੋਨੇ ਟੱਪ ਗਏ। ਖੂਬ ਉਹਨਾਂ ਨੇ ਖਰਬੂਜੇ ਖਾਧੇ, ਗਿੱਦੜ ਨੇ ਵੀ ਖਾਧੇ, ਉੱਠ ਨੇ ਵੀ ਖਾਧੇ। ਹੁਣ ਜਦੋਂ ਰੱਜ ਗਿਆ ਗਿੱਦੜ, ਕਿੰਨਾ ਕੁ ਪੇਟ ਸੀਗਾ, ਘੰਟੇ 'ਚ ਰੱਜ ਗਿਆ ਹੋਊਗਾ। ਘੰਟੇ ਬਾਅਦ ਕਹਿੰਦਾ ਚੀਕਾਂ ਮਾਰਨ ਦੀ ਸਲਾਹ ਕੀਤੀ, ਕਿਉਂਕਿ ਜਿਵੇਂ ਸ਼ਰਾਬ ਪੀਣ ਵਾਲੇ ਲਲਕਰੇ ਮਾਰਦੇ ਆ, ਉਹ ਨਾਲ ਵੀ ਆਦਤ ਹੈ ਚੀਕਾਂ ਮਾਰਨੀ ਰੱਜ ਕੇ। ਉਹ ਕਹਿੰਦਾ ਯਾਰ ਮੈਥੋਂ ਹੁਣ ਰਿਹਾ ਨਹੀਂ ਜਾਂਦਾ, ਮੈਂ ਚੀਕਾਂ ਮਾਰੂੰਗਾ। ਉੱਠ ਕਹਿੰਦਾ ਚੁੱਪ ਕਰ ਜਾ, ਮਾਲਕ ਆ ਗਿਆ ਤੇ ਤੂੰ ਤਾਂ ਭੱਜੇਗਾ, ਮੇਰੇ ਪੈਣਗੀਆਂ। ਕਹਿੰਦਾ ਯਾਰ ਮੈਥੋਂ ਰਿਹਾ ਨਹੀਂ ਜਾਂਦਾ, ਮੈਂ ਚੀਕਾਂ ਮਾਰਨੀਆਂ। ਨਾ ਟਿਕਿਆ, ਚੀਕਾਂ ਮਾਰੀਆਂ। ਮਾਲਕ ਨੂੰ ਪਤਾ ਲੱਗਿਆ ਵੀ ਗਿੱਦੜ ਫਿਰਦੇ ਆ। ਭੱਜ ਕੇ ਆਇਆ, ਗਿੱਦੜ ਤਾਂ ਛਾਲ ਮਾਰ ਗਿਆ, ਨਦੀ ਕੰਨੀ ਆ ਗਿਆ ਤੇ ਉੱਠ ਦੇ ਵਿਚਾਰੇ ਦੇ ਪੈ ਗਈਆਂ। ਚਲੋ ਉਹਨੇ ਝੱਲੀਆਂ ਤੇ ਆ ਗਿਆ ਨਹਿਰ ਕੋਲੇ। ਨਹਿਰ ਕੋਲੇ ਆਏ ਤੇ ਗਿੱਦੜ ਨੂੰ ਕਹਿੰਦਾ ਚੰਗਾ ਨਹੀਂ ਕੀਤਾ ਯਾਰ ਤੂੰ, ਜੇ ਤੂੰ ਨਾ ਚੀਕਾਂ ਮਾਰਦਾ ਖਾ ਪੀ ਕੇ ਮੁੜੇ ਆਉਂਦੇ। ਕਹੋ ਸਤਨਾਮ। ਕਹਿੰਦਾ ਯਾਰ ਕੀ ਕਰਾਂ, ਮੈਂ ਇੱਥੋਂ ਖਾ ਪੀ ਕੇ ਫਿਰ ਰਿਹਾ ਨਹੀਂ ਜਾਂਦਾ ਚੀਕਾਂ ਮਾਰੇ ਬਿਨਾ। ਚੱਲ ਕਹਿੰਦਾ ਚੱਲ ਗਏ ਵਾਪਸ। ਉੱਠ ਨੇ ਬਿਠਾ ਲਿਆ ਢੂਈ ਤੇ, ਕਹਿਣ ਲੱਗਿਆ ਚੱਲ ਚੱਲੀਏ। ਜਦੋਂ ਨਦੀ ਦੇ ਵਿਚਾਲੇ ਜੇ ਆ ਗਿਆ ਉੱਠ, ਕਹਿੰਦਾ ਯਾਰ ਮੈਂ ਖਾ ਪੀ ਕੇ ਤੇ ਫਿਰ ਨਹਾਇਆ ਕਰਦਾ, ਫਿਰ ਹਜਮ ਹੁੰਦਾ ਮੇਰੇ ਖਾਧਾ ਪੀਤਾ। ਗਿੱਦੜ ਕਹਿੰਦਾ ਪਰਲੇ ਪਾਸੇ ਟੱਪ ਜਾ, ਫਿਰ ਤੂੰ ਨਹਾ ਲਈ ਆ ਕੇ। ਕਹਿੰਦਾ ਨਾ ਨਾ, ਮੇਰਾ ਤਾਂ ਹੁਣੇ ਹੀ ਚੁੱਭੀ ਲਾਉਣ ਨੂੰ ਜੀ ਕਰਦਾ। ਕਹੋ ਸਤਨਾਮ। ਗਿੱਦੜ ਨੇ ਬੜੀਆਂ ਮਿੰਨਤਾਂ ਕੀਤੀਆਂ ਵੀ ਮੈਨੂੰ ਟਪਾ ਦੇ, ਫਿਰ ਤੂੰ ਆ ਕੇ ਨਹਾ ਲਈ। ਕਹਿੰਦਾ ਨਾ, ਮੈਂ ਤਾਂ ਹੁਣੇ ਚੁੱਭੀ ਲਾਉਂਗਾ। ਜੈਸੇ ਕੋ ਤੈਸਾ ਸਾਡੀ ਪੰਜਾਬੀ ਦੀ ਕਿਤਾਬ 'ਚ ਕਹਾਣੀ ਜੀ ਹੁੰਦੀ ਸੀ ਉੱਠ ਤੇ ਗਿੱਦੜ ਦੀ। ਤੂੰ ਇਸ ਕਰਕੇ ਉਹਨੇ ਲਾਈ ਚੁੱਭੀ, ਗਿੱਦੜ ਜਦ ਡੁੱਬ ਕੇ ਮਰ ਗਿਆ। ਇਹ ਆਦਤ ਚੰਗੀ ਵੀ ਨਹੀਂ ਹੁੰਦੀ, ਖਾ ਪੀ ਕੇ ਪਚਾਉਣਾ ਚਾਹੀਦਾ। ਤੇ ਇਹਨੇ ਚੀਕਾਂ ਮਾਰਨੀਆਂ ਸ਼ੁਰੂ ਕੀਤੀਆਂ ਗਿੱਦੜਾਂ ਨੇ। ਨਾਲੇ ਲੋਥਾਂ ਨੂੰ ਖਿੱਚੀ ਫਿਰਦੇ ਆ ਜੰਗ ਦੇ ਮੈਦਾਨ ਵਿੱਚ, ਵੱਡੇ ਹੋਏ ਟੁੱਕੇ ਹੋਏ ਟੋਟਿਆਂ ਨੂੰ। ਕੋਈ ਬਾਂਹ ਖਿੱਚੀ ਫਿਰਦਾ, ਕੋਈ ਲੱਤ ਖਿੱਚੀ ਫਿਰਦਾ, ਕਿਸੇ ਦੇ ਸਰੀਰ ਨੂੰ ਖਿੱਚੀ ਫਿਰਦੇ ਹਨ। ਭੂਤ ਪਿਸ਼ਾਚ ਪ੍ਰੇਤ ਡਕਰਾਵਤ ਸ਼੍ਰੋਣਤ ਮਾਸ ਅਗਾਏ। ਔਰ ਭਾਈ ਸਾਹਿਬ ਜੀ ਨੇ ਜੰਗ ਦੇ ਮੈਦਾਨ ਨੂੰ ਭਿਆਨਕ ਦਿਖਾਉਣ ਵਾਸਤੇ ਐਸਾ ਸੀਨ ਸਾਹਮਣੇ ਲਿਖਿਆ ਹੈ। ਕਹਿੰਦੇ ਮਾਨੋ ਜੰਗ ਦੇ ਮੈਦਾਨ ਵਿੱਚ ਭੂਤਾਂ ਪ੍ਰੇਤ ਵੀ ਨੱਚਦੇ ਫਿਰਦੇ ਹਨ, ਡਕਰਾਵਤ ਡਕਾਰ ਮਾਰਦੇ ਹਨ। ਉਹ ਜਿਹੜੀ ਕਲਹ ਕਹਿੰਦੀ ਸੀ ਬਾਬੇ ਨਾਨਕ ਨੂੰ, ਟੱਡ ਕੇ ਮੂੰਹ ਬਾਬੇ ਨਾਨਕ ਵੱਲ ਆ ਰਹੀ ਸੀ। ਮਰਦਾਨਾ ਕਹਿੰਦਾ ਜੀ ਗਾਂਹ ਕਿੱਧਰ ਜਾਂਦੇ ਹੋ? ਕਹਿੰਦੇ ਕਿਉਂ? ਆਹ ਦੇਖੋ ਕੀ ਬਲਾ ਆਉਂਦੀ ਹੈ। ਮੂੰਹ ਟੱਡਿਆ ਹੋਇਆ ਬਾਬਾ ਜੀ ਕਹਿੰਦੇ ਫਿਰ ਭੱਜਿਆਂ ਨੂੰ ਜਾਣ ਦਾ ਖਾਊਗੀ ਹੁਣ ਆਪਾਂ ਨੂੰ। ਕਹਿੰਦੇ ਜੀ ਬਚਾਓ, ਮੈਨੂੰ ਬਚਾਓ। ਕਹਿੰਦੇ ਕੋਈ ਗੱਲ ਨਹੀਂ, ਹੁਣ ਭੱਜਿਆਂ ਨੂੰ ਜਾਣ ਲਈ ਸਿੱਧੇ ਜਾਣਾ ਪੈਣਾ। ਤੇ ਬਾਬਾ ਜੀ ਨੇ ਵਗਦੇ ਹੋਏ ਦਰਿਆ 'ਚੋਂ ਇੱਕ ਡੰਡਾ ਚੱਕ ਕੇ ਚਲਾਵਾਂ ਮਾਰਿਆ ਜੁਗਤੀ ਨਾਲ, ਤੇ ਉਹਦੇ ਮੂੰਹ ਵਿੱਚ ਐਂ ਜਾ ਕੇ ਫਸ ਗਿਆ। ਕੋਈ ਸਤਨਾਮ। ਤੇ ਫਿਰ ਉਹਦਾ ਸਾਥੀ ਵੀ ਸੀਗਾ, ਕਹਿੰਦੇ ਨਾਰਦ ਮੁਨੀ, ਤੇ ਉਹ ਦੋਨੇ ਬਾਹਰ ਆ ਗਏ ਨਿਕਲ ਕੇ। ਤੇ ਬਾਬਾ ਨਾਨਕ ਵੀ ਪਰਲੇ ਪਾਸੇ ਟੱਪ ਗਏ ਮਰਦਾਨੇ ਦੇ ਨਾਲ। ਤਾਂ ਗੁਰੂ ਪਿਆਰਿਓ ਫਿਰ ਕਲਹ ਨੂੰ ਫੜ ਕੇ ਨਾਰਦ ਮੁਨੀ ਲਿਆਇਆ ਬਾਬੇ ਨਾਨਕ ਦੇ ਕੋਲ। ਕਹਿੰਦਾ ਜੀ ਬਖਸ਼ ਦਿਓ। ਕਹਿੰਦੇ ਕਿਉਂ? ਕਹਿੰਦੇ ਜੀ ਬਖਸ਼ ਦਿਓ, ਗਲਤੀ ਹੋ ਗਈ। ਕਹਿੰਦੇ ਵੀ ਸਾਡੇ ਕੰਨੀ ਮੂੰਹ ਕਿਉਂ ਟੱਡਿਆ ਨੇ, ਸਾਨੂੰ ਖਾਣ ਨੂੰ ਆ ਰਹੀ ਸੀ। ਕਹਿੰਦੇ ਹਾਂ ਜੀ। ਕੌਣ ਹੈ ਇਹ? ਕਹਿੰਦੇ ਜੀ ਇਹ ਕਲਹ ਹੈ, ਲੜਾਈ। ਇਹ ਭੁੱਖੀ ਹੈ। ਕੁਰਸ਼ੇਤਰ ਦੇ ਜੰਗ ਤੋਂ ਬਾਅਦ ਕੋਈ ਵੱਡਾ ਜੰਗ ਹੀ ਨਹੀਂ ਹੋਇਆ, ਨਾ ਇਹਨੂੰ ਮੁੜ ਕੇ ਖੂਨ ਮਿਲਿਆ, ਨਾ ਮਾਸ ਮਿਲਿਆ। ਕੋਈ ਸਤਨਾਮ। ਇਹ ਭੁੱਖੀ ਸੀ ਤੇ ਭੁੱਖੀ ਸੀ ਫਿਰ ਸਾਧੂਆਂ ਨੂੰ ਖਾਣਾ। ਤੇ ਪਾਤਸ਼ਾਹ ਨੇ ਫਿਰ ਉਹਦੇ ਮੂੰਹ 'ਚੋਂ ਡੰਡਾ ਕਢਾਇਆ ਪਹਿਲਾਂ ਤਾਂ, ਫਿਰ ਉਹਨੂੰ ਸਮਝਾਇਆ ਭਲੀਏ ਜੇ ਤੂੰ ਬਹੁਤੀ ਭੁੱਖੀ ਹੈ ਤਾਂ 6ਵੇਂ ਜਾਮੇ ਵਿੱਚ 4 ਜੰਗ ਕਰਾਂਗੇ, ਉਦੋਂ ਖਾ ਲਈ ਰੱਜ ਕੇ। ਜੇ ਫੇਰ ਕਸਰ ਰਹਿ ਗਈ ਤੇ 10ਵੇਂ ਜਾਮੇ ਤਾਂ ਫਿਰ ਗੋਗੜੀ ਕੱਢ ਦਿਆਂਗੇ ਤੇਰੀ। ਕਹੋ ਸਤਨਾਮ। ਰਜਾ ਦਿਆਂਗੇ, ਜਿੰਨਾ ਮਰਜ਼ੀ ਖਾ ਲਈ। ਤੋ ਭਾਈ ਸਾਹਿਬ ਜੀ ਨੇ ਉਹਨਾਂ ਸਾਖੀਆਂ ਦੇ ਹਵਾਲੇ ਦੇ ਵਿੱਚੋਂ ਹੀ ਇਹ ਚੀਜ਼ ਲਿਖੀ ਹੈ ਇੱਥੇ ਵੀ ਕਲਹ ਹੈ, ਭੂਤ ਪ੍ਰੇਤ ਜਿਹੜੇ ਹਨ ਖੂਨ ਪੀ ਕੇ ਰੱਜ ਕੇ ਡਕਾਰ ਮਾਰਦੇ ਫਿਰਦੇ ਹਨ। ਖਪਰ ਭਰੇ ਜੋਗਨੀ ਤ੍ਰਿਪਤੈ ਗੁਰ ਬਿਨ ਕੌਣ ਰਜਾਏ। ਜਿਵੇਂ ਕਾਲੀ ਦੇ ਹੱਥ ਵਿੱਚ ਖੱਪਰ ਹੁੰਦਾ ਤੇ ਉਹ ਖੂਨ ਦੀ ਪਿਆਸੀ ਹੈ, ਉਸੇ ਦੀਆਂ ਸਹੇਲੀਆਂ ਹਨ, ਉਹਨਾਂ ਨੂੰ ਜੋਗਣੀਆਂ ਕਹਿੰਦੇ ਆ। ਕਹਿੰਦੇ ਇਹਨਾਂ ਜੋਗਣੀਆਂ ਨੂੰ ਇਸ ਕਲਹ ਨੂੰ ਗੁਰੂ ਤੋਂ ਬਗੈਰ ਕਿਹੜਾ ਰਜਾਵੇ। ਐਡਾ ਵੱਡਾ ਜੰਗ ਗੁਰੂ ਤੋਂ ਬਗੈਰ ਕੌਣ ਕਰਦਾ ਬਈ? ਇਹ ਗੁਰੂ ਨੇ ਵੱਡਾ ਜੰਗ ਕੀਤਾ ਤੇ ਇਹਨਾਂ ਦੀਆਂ ਭੁੱਖਾਂ ਕੱਢ ਦਿੱਤੀਆਂ। ਔਰ ਨਾਲ ਹੀ ਜੰਗ ਦੇ ਮੈਦਾਨ ਵਿੱਚ ਦੁਸ਼ਮਣ ਆਪਣੇ ਨਗਾਰੇ ਢੋਲ ਵਜਾ ਰਿਹਾ, ਆਪਣੀਆਂ ਫੌਜਾਂ ਨੂੰ
ਆਪਣੇ ਚੜ੍ਹਦੀ ਕਲਾ ਦੇਣ ਵਾਸਤੇ ਉਹ, ਕਿਉਂਕਿ ਢੋਲ ਜਦ ਵੱਜਦਾ ਨੱਚਣ ਵਾਲੇ ਦੀ ਹੱਡੀ ਉੱਠਦੀ ਹੈ ਅਤੇ ਸ਼ਸਤਰ ਵੱਲ ਦਾ ਸ਼ਸਤਰ ਚੱਲਦਾ। ਇਹ ਢੋਲ ਨਗਾਰਿਆਂ ਦਾ ਮਕਸਦ ਹੁੰਦਾ। ਇਸ ਤਰ੍ਹਾਂ ਜੰਗ ਦੇ ਮੈਦਾਨ ਵਿੱਚ ਢੋਲ ਪਟੇ ਦੁੰਦਬੀਆਂ ਛੋਟੇ ਵੱਡੇ ਢੋਲ ਨਗਾਰੇ ਵੱਜ ਰਹੇ ਹਨ। इसमें पै देख कर रण को तुरकन दल समुदाय। ਔਰ ਇਹ ਜੰਗ ਦਾ ਮੈਦਾਨ 40 ਸਿੰਘਾਂ ਦੇ ਨਾਲ ਸਤਿਗੁਰਾਂ ਨੇ ਕਈ ਪੈਰ ਲੰਮਾ ਕਰ ਦਿੱਤਾ, ਕਈ ਪਹਿਰ ਲੰਮਾ ਕਰ ਦਿੱਤਾ। ਗੁਰੂ ਪਿਆਰਿਓ, ਕਈ ਪਹਿਰ। ਉਧਰ 40 ਸਿੰਘ ਸੀ, ਕਦੇ ਇੱਕ ਨੂੰ, ਕਦੇ ਦੋ ਨੂੰ ਭੇਜਿਆ, ਕਦੇ ਤਿੰਨਾਂ ਨੂੰ ਭੇਜਿਆ। ਸਾਹਿਬਜ਼ਾਦਿਆਂ ਨਾਲ ਪੰਜਾਂ ਪੰਜਾਂ ਦਾ ਜਥਾ ਭੇਜਿਆ ਸਤਿਗੁਰਾਂ ਨੇ। ਫਿਰ ਕਹਿੰਦੇ ਇਸ ਤਰ੍ਹਾਂ ਜੰਗ ਦਾ ਮੈਦਾਨ ਜਿਹੜਾ ਹੈ ਉਹ ਵੇਖ ਕੇ ਦੁਸ਼ਮਣ ਹੈਰਾਨ ਹੈ, ਕਿਉਂਕਿ ਬਾਹਰੋਂ ਪਿੰਡ ਵਾਲੇ ਜਿਹੜੇ ਫਿਰਦੇ ਸੀ ਬਾਹਰ, ਉਹਨਾਂ ਨੇ ਪੁੱਛਿਆ ਵੀ ਕਿੰਨੇ ਕੁ ਸਿੱਖ ਹੈ ਬਾਦਸ਼ਾਹ ਦੇ ਨਾਲ, ਗੁਰੂ ਦੇ ਨਾਲ। ਕਹਿੰਦੇ ਗੁਰੂ ਦੇ ਨਾਲ 40-50 ਹੋਣਗੇ। ਫਿਰ ਤਾਂ ਆਪਾਂ ਜਾਂਦੇ ਹੀ ਫੜ ਲਾਂਗੇ, ਆਪਾਂ ਤਾਂ ਲੱਖਾਂ ਦੀ ਗਿਣਤੀ 'ਚ। ਹਰਿਮੰਦਰ ਸਾਹਿਬ 'ਤੇ ਹਮਲਾ ਕਰਨ ਵਾਲੀ ਫੌਜ ਨੇ ਵੀ ਸੋਚਿਆ ਸੀਗਾ ਵੀ ਉੱਥੇ 100-200 ਸਿੱਖ ਹੋਣਗੇ, 100-200 ਲੋਕ ਹੋਣਗੇ ਭਿੰਡਰਾਂ ਵਾਲੇ ਦੇ ਨਾਲ, ਕਿ ਅਸੀਂ ਜਾਂਦੇ ਹੀ ਨੱਪ ਲੈਣਾ। ਉੱਥੋਂ ਇਹੀ ਕਹਿ ਕੇ ਆਏ ਸੀ ਜਰਨੈਲ ਉਹਨਾਂ ਦੇ। ਪਰ ਇੱਥੇ ਆ ਕੇ ਉਹਨਾਂ ਨੂੰ ਗੁਰੂ ਪਿਆਰਿਓ ਕਈ ਪਹਿਰ 4-5 ਦਿਨ ਉਹਨਾਂ ਨੂੰ ਲੱਗ ਗਏ, ਜਦੋਂ ਉਹ ਜਿੱਤ ਨਾ ਸਕੇ। ਅਤੇ ਇਸੇ ਤਰ੍ਹਾਂ ਹੀ ਗੁਰੂ ਪਿਆਰਿਓ ਇਹ ਵੀ ਕਹਿੰਦੇ ਸੀਗੇ, ਕਹਿੰਦੇ ਅਸੀਂ ਜਾਂਦਿਆਂ ਹੀ ਫੜ ਲੈਣੇ, ਆਪਾਂ ਲੱਖਾਂ ਦੀ ਗਿਣਤੀ ਵਿੱਚੋਂ 40 ਆਪਾਂ ਨੂੰ ਤਾਂ ਵੋਟੀ ਨਹੀਂ ਆਉਣੀ। ਕਹੋ ਸਤਿਨਾਮ। ਪਰ ਇਹ ਨਹੀਂ ਪਤਾ ਵੀ ਸਾਡੀਆਂ ਵੋਟੀਆਂ ਬਣਾ ਦੇਣਗੇ। ਕਹੋ ਸਤਿਨਾਮ। ਇਸ ਤਰ੍ਹਾਂ ਮਨੋਬਿਰਤੀਆਂ ਉੱਥੇ ਰੱਖੀਏ। ਕਹਿੰਦੇ ਦੁਸ਼ਮਣ ਹੈਰਾਨ ਹੈ ਵੀ ਗੁਰੂ ਕਿਹੜੀ ਕਲਾ ਵਰਤਾ ਰਿਹਾ ਹੈ। 40 ਸਿੱਖ ਸੀ ਇਹਦੇ ਕੋਲੇ, 40 ਵਿੱਚੋਂ ਹਜੇ 20-25 ਕੁ ਬਾਹਰ ਆਏ ਨੇ, 20 ਤੇ 10 30 ਕੁ ਬਾਹਰ ਆਏ ਨੇ। ਤੇ ਇਹਨਾਂ 30 ਸਿੰਘਾਂ ਨੇ ਭਾਵੇਂ ਸ਼ਹੀਦ ਤਾਂ ਹੋ ਗਏ, ਪਰ ਸਾਡੀ ਹਜ਼ਾਰਾਂ ਦੀ ਗਿਣਤੀ ਵਿੱਚ ਫੌਜ ਨੂੰ ਮਾਰ ਗਏ। ਔਰ ਜੰਗ ਦੇ ਮੈਦਾਨ ਵਿੱਚ ਬੇਅੰਤ ਢੋਲ ਨਗਾਰੇ ਪਟੇ ਸ਼ਹਿਨਾਈਆਂ ਵੱਜ ਰਹੀਆਂ ਹਨ। ਔਰ ਤੁਰਕਾਂ ਦੇ ਫੌਜ ਹੈਰਾਨ ਹੈ ਇਹ ਜੰਗ ਨੂੰ ਦੇਖ ਕੇ। ਇਹ ਦੂਜੇ ਲੋਕ ਦੇ ਲੋਕ ਹੈ, ਦੇਵ ਲੋਕ ਦੇ ਕਿੰਨਰ ਗੰਧਰਵ ਸਿੱਧ ਅਪਸਰਾ। ਇਹ ਭਾਈ ਸਾਹਿਬ ਨੇ ਇੱਕ ਸੀਨ ਵਿਖਾਇਆ ਵੀ ਦੇਵਲੋਕ ਦੇ ਲੋਕ ਵੀ ਇਹ ਜੰਗ ਨੂੰ ਵੇਖਣ ਆਏ, ਵੀ ਗੁਰੂ ਸਾਹਿਬ ਨੇ ਥੋੜ੍ਹੇ ਜਿਹੇ ਸਿੱਖਾਂ ਨੂੰ ਲੈ ਕੇ ਜੰਗ ਐਡਾ ਲੰਮਾ ਕਿਵੇਂ ਨਿਭਾ ਦਿੱਤਾ, ਐਡਾ ਲੰਮਾ ਕਿਵੇਂ ਕਰ ਦਿੱਤਾ। ਇਹ ਵੀ ਸਾਰੇ ਦੇਖ ਰਹੇ ਹੈਰਾਨ ਹਨ। ਯਾਰ ਉੱਥੇ ਤਾਂ ਗੱਲਾਂ ਕਰਦੇ ਸੀਗੇ ਕਿ ਆਨੰਦਪੁਰ ਦੇ ਕਿਲੇ ਵਿੱਚ ਇੰਨੇ ਕਮਜ਼ੋਰ ਹੋ ਗਏ ਸਿੰਘ, ਇੰਨੇ ਕਮਜ਼ੋਰ ਹੋ ਗਏ, 6-7 ਮਹੀਨੇ ਭੁੱਖੇ ਰਹੇ ਕਿਉਂਕਿ ਘੇਰਾ ਪਿਆ ਰਿਹਾ ਤੇ ਬਾਹਰੋਂ ਕੁਝ ਜਾਣਾ, ਅੰਦਰ ਬੰਦ ਕਰਤਾ, ਅੰਦਰਲਾ ਸਮਾਨ ਮੁੱਕ ਗਿਆ। ਉਹ ਕਹਿੰਦੇ ਯਾਰ ਅਸੀਂ ਤਾਂ ਸੁਣਿਆ ਸੀ ਭੁੱਖੇ ਸਿੰਘ 6 ਮਹੀਨੇ ਰੱਖੇ ਐ ਤੇ ਲੜ ਹੀ ਨਹੀਂ ਸਕਣਗੇ, ਪਰ ਕਿੱਥੇ ਉਹ ਭੁੱਖੇ ਸਿੰਘ। ਚਤਰ ਦਿਸੈ 40 ਤੇ ਕਿਸੇ ਬਾਹਰ 10 ਲੱਖ ਚੰਗੀਆਂ ਗੋਗੜਾਂ ਵਾਲੇ ਪਠਾਨ ਤੁਰਕ ਰੱਜੇ ਪੁੱਜੇ ਤਕੜੇ। ਐਡਾ ਲੰਮਾ ਜੰਗ ਕਿਵੇਂ ਕਰਤਾ ਹੈ, ਜੰਗ ਦੇ ਮੈਦਾਨ ਨੂੰ ਕਿਵੇਂ ਮੰਡ ਕੇ ਬੈਠ ਗਏ, ਮੁਕਾ ਨਹੀਂ ਰਹੇ। ਔਰ ਸਾਡੀ ਹਜ਼ਾਰਾਂ ਦੀ ਗਿਣਤੀ ਵਿੱਚ ਦੁਸ਼ਮਣ ਸਾਡੇ ਮਿੱਤਰ ਸਾਡੇ ਸਿਪਾਹੀ ਮਾਰ ਦਿੱਤੇ ਹਨ। ਕਿੰਨੇ ਪਹਿਰ ਹੋ ਗਏ ਇਹਨਾਂ ਨੇ, ਤਾਂ ਹਜੇ 25-30 ਸ਼ਹੀਦ ਹੋਏ ਨੇ। ਤੇ ਸਾਡਾ ਚਮਕੌਰ ਦੀ ਗੜੀ ਦੇ ਪਾਸੇ 4-4 ਫੁੱਟ ਵੱਟ ਬਣ ਗਈ ਆ ਲੋਥਾਂ ਦੀ, ਇੱਕ ਦੂਜੀ ਉੱਤੇ ਲੋਥ ਤੇ ਚੜ ਗਏ। ਉਦੋਂ ਵੀ ਉੱਥੇ ਲੋਥਾਂ ਬਹੁਤੀਆਂ ਹੋ ਗਈਆਂ ਜਦੋਂ ਦੁਸ਼ਮਣਾਂ ਨੇ ਕੋਸ਼ਿਸ਼ ਕੀਤੀ ਕਿ ਕੰਧਾਂ ਤੋਂ ਚੜ੍ਹ ਕੇ ਚਮਕੌਰ ਦੀ ਗੜੀ 'ਚ ਵੜੀਏ, ਕਿਉਂਕਿ ਥੱਲਿਓਂ ਤਾਂ ਗੇਟ ਦੇ ਕੋਲੇ ਪਹਿਰਾ ਲੱਗਿਆ ਸੀ, ਸਿੰਘਾਂ ਨਾਲ ਅੰਦਰ ਵੜਨ ਨਹੀਂ ਸੀ ਦਿੰਦੇ, ਡਿਊਟੀ ਕੋਲੋਂ ਜਿਵੇਂ ਆਪਣੇ ਕਿਲੇ ਦਾ ਗੇਟ ਆ। ਪਰ ਉਹਨਾਂ ਨੇ ਕੰਧਾਂ ਉੱਤੋਂ ਚੜ੍ਹ ਕੇ ਜਾਣ ਦੀ ਕੋਸ਼ਿਸ਼ ਕੀਤੀ ਤੇ ਸਿੰਘਾਂ ਨੇ ਵੀ ਫਿਰ ਉੱਤੋਂ ਜਿਹੜਾ ਸਿਰ ਤਾਹਾਂ ਨਿਕਲਦਾ ਕੰਨ ਤੋਂ ਇਹ ਬਰਾਬਰ ਕਰਕੇ ਤੇ ਪ੍ਰੈਸ ਕਰ ਦਿੰਦੇ ਆ। ਇਸ ਕਰਕੇ ਉੱਥੇ ਢੇਰ 4 ਛਪੇਰੇ ਕੰਧ ਕੋਲੇ ਬਹੁਤ ਉੱਚਾ ਲੱਗ ਗਿਆ, 4-5 ਫੁੱਟ ਦਾ। ਲੋਥਾਂ ਤੇ ਲੋਥਾਂ ਚੜ੍ਹ ਗਈਆਂ ਤੇ ਬਾਕੀ ਮੈਦਾਨ ਦੇ ਵਿੱਚ ਤਾਂ ਖਿੰਡੀਆਂ ਪਈਆਂ। ਜਦੋਂ ਸਿੰਘਾਂ ਨੇ ਬਾਹਰ ਆ ਕੇ ਜੰਗ ਕੀਤਾ, ਕਹਿੰਦੇ ਕਿੰਨਾ ਚਿਰ ਹੋ ਗਿਆ, ਇਹ ਥੱਕਦੇ ਹੀ ਨਹੀਂ, ਸਾਡੀ ਫੌਜ ਦਾ ਵੱਢ ਕੇ ਢੇਰ ਲਾਤਾ ਹੈ। ਔਰ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਦਾ ਵੀ ਜ਼ੋਰ ਸਤਿਗੁਰਾਂ ਨੇ ਦੇਖਿਆ।
ਉਹਨੇ ਵੀ ਆਪਣੇ ਜੰਗ ਦੇ ਕੌਤਕ ਸਤਿਗੁਰਾਂ ਨੂੰ ਦਿਖਾਏ ਗੁਰੂ ਦੀਆਂ ਖੁਸ਼ੀਆਂ ਲੈਣ ਲਈ। 12,000 ਰਿਪਗਨ ਕੋ ਪੁਨਾ ਜੰਗ ਵਿੱਚ ਸੁਪਤਾਓ। ਇਸ ਤਰ੍ਹਾਂ ਗੁਰੂ ਪਿਆਰਿਓ ਸਾਹਿਬਜ਼ਾਦਾ ਲੁਪਤਾਇਓ ਅਲੋਪ ਹੋ ਗਿਆ। ਹਜ਼ਾਰਾਂ ਦੀ ਗਿਣਤੀ ਵਿੱਚ ਮਾਰਦਾ ਹੋਇਆ ਸਾਹਿਬਜ਼ਾਦਾ ਵਿੱਚ ਹੀ ਲੁਕ ਜਾਂਦਾ, ਕਿਉਂਕਿ ਪੈਦਲਾ ਘੋੜੇ ਤੇ ਨਹੀਂ ਹੈ ਔਰ ਦੁਸ਼ਮਣ ਨੂੰ ਲੱਭਦਾ ਹੀ ਨਹੀਂਗਾ। ਇੱਧਰੋਂ ਮਾਰੀ ਉੱਧਰ ਗਿਆ, ਉੱਧਰੋਂ ਗਿਆ ਉੱਧਰ ਗਿਆ। ਤੇ ਇਸੇ ਤਰ੍ਹਾਂ ਕਹਿੰਦੇ ਇਹ ਜਿਹੜਾ ਸਾਹਿਬਜ਼ਾਦਾ ਗੁਰੂ ਦਾ ਪੁੱਤਰ ਹੈ ਇਹਨੇ ਹਜ਼ਾਰਾਂ ਹੀ ਮਾਰ ਦਿੱਤੇ। ਕਹਿੰਦੇ ਕੁਝ ਸਮੇਂ ਵਾਸਤੇ ਤਾਂ ਉਹਨਾਂ ਨੂੰ ਸਾਹਿਬਜ਼ਾਦਾ ਦਿਸਣੋਂ ਹੀ ਹਟ ਗਿਆ, ਅਲੋਪ ਹੀ ਹੋ ਗਿਆ। ਜਦੋਂ ਗੁਰੂ ਪਿਆਰਿਓ ਸਿੰਘਾਂ ਨੇ ਵੇਖਿਆ ਵੀ ਜਿੱਥੇ ਸਿੰਘ ਸ਼ਹੀਦੀਆਂ ਪਾ ਗਏ ਉੱਥੇ ਦੋਨੇ ਸਾਹਿਬਜ਼ਾਦੇ ਵੀ ਸ਼ਹੀਦੀਆਂ ਪਾ ਗਏ ਜੀ। ਮਹਾਰਾਜ ਅਬ ਦੇਖਤ ਕਿਆ ਹੋ ਨਿਕ ਸੋਤ ਜੋ ਅਖਾਰਾ। ਜਿਹੜੇ ਅੰਦਰ ਸਿੰਘ ਸੀ ਉਹ ਕਹਿਣ ਲੱਗੇ ਪਿਤਾ ਜੀ ਹੁਣ ਕੀ ਦੇਖਦੇ ਹੋ? ਪਾਤਸ਼ਾਹ ਮਹਾਰਾਜ ਹੁਣ ਕੀ ਦੇਖਦੇ ਹੋ? ਬੰਦ ਕਰੋ ਜੰਗ। ਦਗਾ ਦੁਸ਼ਟ ਨੇ ਕੀਨਸ ਪਕੜਨ ਕੀਰਨ ਕਰਨ ਸੰਗਾਰਾ। ਇਹਨਾਂ ਦੁਸ਼ਟਾਂ ਨੇ ਸਾਨੂੰ ਫੜਨ ਦਾ ਧੋਖਾ ਵਿਖਾਇਆ ਹੈ, ਧੋਖਾ ਕੀਤਾ ਹੈ। ਸੌਹਾਂ ਪਾ ਕੇ ਕੁਰਾਨ ਦੀਆਂ, ਸੌਹਾਂ ਪਾ ਕੇ ਗਊ ਦੀਆਂ, ਸੌਹਾਂ ਪਾ ਕੇ ਇਹਨਾਂ ਹਿੰਦੂ ਪਹਾੜੀ ਰਾਜਿਆਂ ਨੇ ਠਾਕਰਾਂ ਦੀਆਂ, ਤੇ ਸਾਡੇ ਨਾਲ ਧੋਖਾ ਕਮਾਇਆ। ਸਾਨੂੰ ਫੜਨ ਵਾਸਤੇ ਗੱਲ ਕੀਤੀ ਹੈ। ਸਾਡੇ ਵਰਗੇ ਤਾਂ ਹੋਰ ਸਿੱਖ ਮਿਲ ਜਾਣਗੇ ਦੁਬਾਰਾ ਫੌਜ ਰਚਣ ਵਾਸਤੇ, ਪਰ ਤੁਹਾਡੇ ਵਰਗਾ ਜਰਨੈਲ ਨਹੀਂ ਮਿਲਣਾ। ਤੁਹਾਡੇ ਸਰੀਰ ਦੀ ਸੁੱਖ ਚਾਹੀਦੀ ਹੈ, ਤੁਸੀਂ ਇੱਥੋਂ ਨਿਕਲੋ। ਔਰ ਆਪ ਜੀ ਨੇ ਬਹੁਤ ਜੰਗ ਕੀਤੇ ਹੈ, ਲੱਖਾਂ ਦੀ ਗਿਣਤੀ ਵਿੱਚ ਯੋਧਿਆਂ ਨੂੰ ਮਾਰਨਾ ਕੀਤਾ ਹੈ। ਔਰ ਜਿੰਨੇ ਸਿੰਘ ਆਪ ਜੀ ਨੇ ਬਾਹਰ ਭੇਜੇ ਜੰਗ ਕਰਨ ਵਾਸਤੇ ਉਹ ਸਾਰੇ ਸ਼ਹੀਦ ਹੋ ਗਏ ਜੀ। ਔਰ ਮਹਾਰਾਜ ਦੇਖੋ ਹੁਣ ਪਿੱਛੇ ਸਾਡੀ ਵੀ ਗਿਣਤੀ ਥੋੜੀ ਰਹਿ ਗਈ ਆ, ਭਾਵੇਂ ਕਿ ਸਾਡੇ ਸਿੰਘਾਂ ਨੇ ਬਹੁਤ ਮਾਰਤੇ, ਪਰ ਫਿਰ ਵੀ ਤਾਂ ਇਹ ਭਮਕੜਾਂ ਦੀ ਨਿਆਈ ਲੱਖਾਂ ਦੀ ਗਿਣਤੀ 'ਚ ਹੈ। ਮਹਾਰਾਜ ਇਹ ਚਾਹੁੰਦੇ ਨਾ ਚਮਕੌਰ ਦੀ ਗੜੀ ਦੇ ਵਿੱਚ ਵੜਨਾ। ਸਤਿਗੁਰ ਬਿਕਸੇ ਸ਼੍ਰੀ ਮੁਖ ਤੇ ਦੇਖੋ ਤਜੇ ਹਮਵਾਨਾ। ਸਤਿਗੁਰੂ ਪਾਤਸ਼ਾਹ ਹੱਸ ਕੇ ਕਹਿੰਦੇ ਇੱਕ ਤੀਰ ਫੜਾਈ ਓਰੇ। ਸਤਿਗੁਰ ਨੇ ਉਸ ਵੇਲੇ ਇੱਕ ਕੌਤਕ ਵਿਖਾਇਆ ਸਿੰਘਾਂ ਨੂੰ, ਜੇ ਚਾਹੁੰਦੇ ਤੇ 10 ਲੱਖ ਫੌਜ ਨੂੰ 10 ਤੀਰਾਂ ਨਾਲ ਹੀ ਖਤਮ ਕਰ ਸਕਦੇ ਸੀ। ਕਹੋ ਸਤਨਾਮ। ਪਰ ਸਿੰਘਾਂ ਨੂੰ ਟ੍ਰੇਨਿੰਗ ਵੀ ਦੇਣੀ ਸੀ ਜੰਗਾਂ ਦੀ। ਜੇ ਭਲਾ ਸਾਰਾ ਕੁਝ ਇਹ ਪਾਤਸ਼ਾਹ ਜੀ ਕਰਾਮਾਤ ਨਾਲ ਹੀ ਕਰ ਜਾਂਦੇ, ਫਿਰ ਸਿੰਘਾਂ ਨੂੰ ਟ੍ਰੇਨਿੰਗ ਕਿੱਥੋਂ ਦਿੰਦੇ? ਹੁਣ ਜੰਗਲਾਂ ਦੇ ਜੰਗਲ ਜਾ ਕੇ ਟ੍ਰੇਨ ਦਿੱਤੀ ਨਹੀਂ ਜਾਂਦੀ, ਜੰਗ ਦੇ ਵਿੱਚ ਹੀ ਟ੍ਰੇਨਿੰਗ ਅਸਲੀ ਆਉਂਦੀ ਆ ਅਸਲ ਦੇ ਵਿੱਚ ਤਾਂ। ਫਿਰ ਇਸ ਕਰਕੇ ਪਾਤਸ਼ਾਹ ਨੇ ਸਿੰਘਾਂ ਨੂੰ ਟ੍ਰੇਨਿੰਗ ਵੀ ਦੇਣੀ ਸੀ। ਜਦ ਸਿੰਘਾਂ ਨੇ ਕਿਹਾ ਪਾਤਸ਼ਾਹ ਆਪਾਂ ਨੂੰ ਫੜਨਾ ਚਾਹੁੰਦੇ ਹਨ, ਇਹ ਹਮਲਾ ਕਰਕੇ ਅੰਦਰ ਵੜਨਗੇ, ਕਹਿੰਦੇ ਇੱਕ ਤੀਰ ਫੜਾਈ ਮੈਨੂੰ ਚੱਕ ਕੇ ਇੱਥੋਂ। ਸਿੰਘ ਨੇ ਇੱਕ ਤੀਰ ਫੜਾਇਆ। ਸਤਿਗੁਰ ਨੇ ਧਨੁੱਖ ਤੇ ਪਾ ਕੇ ਉਹ ਤੀਰ ਛੱਡਿਆ, ਤੇ ਤੀਰ ਕਿੱਧਰ ਨੂੰ ਛੱਡਿਆ? ਜਿਹੜੇ ਕਿ ਡਿਉੜੀ ਦੇ ਸਾਹਮਣੇ ਡਿਉੜੀ ਵੱਲ ਵਧਣਾ ਚਾਹੁੰਦੇ ਸੀ, ਗੜੀ ਵੱਲ ਵਧਣਾ ਚਾਹੁੰਦੇ ਸੀ। 10,000 ਕੋ ਪ੍ਰਾਣ ਅੰਤ ਪਾ ਰਹੇ ਮਨੋ ਸੁਪਤੇ ਕੈ। ਔਰ ਇੱਕ ਤੀਰ ਨੇ ਅੱਗੇ ਜਾ ਕੇ ਇੰਨੇ ਰੂਪ ਧਾਰ ਲਏ ਕਿ 10,000 ਫੌਜੀ ਉਹਨਾਂ ਦਾ ਐਂ ਲੰਮਾ ਪੈ ਗਿਆ ਜਿਵੇਂ ਕਣਕ ਵੱਢੀ ਹੁੰਦੀ ਆ। ਜਦੋਂ ਸਤਿਗੁਰਾਂ ਦੇ ਛੱਡੇ ਉਸ ਇੱਕ ਤੀਰ ਨਾਲ ਹਜ਼ਾਰਾਂ ਫੌਜੀ ਐਂ ਲੰਮਾ ਪੈ ਗਿਆ, ਭਾਵ ਮਰ ਗਿਆ। ਤੇ ਹੈਰਾਨ ਹੋ ਗਏ ਦੁਸ਼ਮਣ, ਤੁਰਕ ਹੈਰਾਨ ਹੋ ਗਏ ਵੀ ਹੈ ਆਹ ਕੈਸਾ ਤੀਰ ਛੱਡਿਆ ਹੈ। ਮਾਨੋ ਇਹਨਾਂ ਦੇ ਗਜਬ ਦਾ ਤਮਾਚਾ ਵੱਜਿਆ ਲਪੇੜਾ, ਮਾਨੋ ਇਹਨਾਂ ਦੇ ਗਜਬ ਦਾ, ਕੁਦਰਤ ਦਾ, ਕੌਤਕ ਦਾ, ਕਰਾਮਾਤ ਦਾ ਤਮਾਚਾ ਸਤਿਗੁਰ ਨੇ ਮਾਰਿਆ। ਹੈਰਾਨ ਹੋ ਗਏ ਨਜ਼ਾਰਾ ਦੇਖ ਕੇ। ਦੂਰ ਦੂਰ ਕਰ ਫਰਕ ਤੇਰੇ ਸਭ ਕਹੇ ਨਿਕਟ ਨ ਜਾਵੋ। ਇਹ ਕੌਤਕ ਦੇਖ ਕੇ ਦੁਸ਼ਮਣ ਗੜੀ ਤੋਂ ਪਿੱਛੇ ਹਟਣ ਲੱਗਿਆ, ਕਹਿੰਦੇ ਨੇੜੇ ਨਾ ਹੋਵੋ, ਹੁਣੇ ਕਰਾਮਾਤੀ ਸ਼ਕਤੀ ਵਰਤੇਗਾ ਲੱਗਦਾ। ਕੋ ਸਤਨਾਮ। ਪਿੱਛੇ ਹਟਣ ਲੱਗੇ।
ਕੇ ਤਤਕਾਲ ਪ੍ਰਾਨ ਹੱਤ ਨਾਹਕ ਜਾਨ ਗਵਾਵੇ। ਐਵੇਂ ਨਾ ਨੇੜੇ ਜਾਓ, ਗੜੀ ਦੇ ਪਿੱਛੇ ਹਟ ਜਾਓ। ਆ ਇੱਕ ਤੀਰ ਛੱਡਿਆ 10,000 ਫੌਜ, ਹਜ਼ਾਰਾਂ ਦੀ ਗਿਣਤੀ ਵਿੱਚ ਫੌਜ ਮਰ ਗਈ ਹੈ। ਗਿਣਤੀ ਤਾਂ ਉੱਥੇ ਕੀ ਨਹੀਂ ਕਰਨੀ ਸੀ, ਪਰ ਇੱਕ ਤੀਰ ਨਾਲ ਇਉਂ ਜਿਵੇਂ ਆ ਕੰਬਾਈਨ ਚੱਲਦੀ ਆ ਨਾ, ਤੇ ਇੱਕ ਪਲਾਨ ਜਾਂ ਵੱਢ ਕੇ ਲੈ ਜਾਂਦੀ ਹੈ 15-20 ਫੁੱਟ ਚੌੜਾ, ਐਦਾਂ ਕਹਿਣ ਲੱਗੇ। ਹਜ਼ਾਰਾਂ ਦੀ ਗਿਣਤੀ ਵਿੱਚ ਦੁਸ਼ਮਣ ਲੰਮਾ ਪਿਆ ਤੇ ਸਾਰੇ ਹੈਰਾਨ ਹੋ ਗਏ ਜੀ। ਆਪੇ ਨਿਕਸ ਪਰੇ ਹੈ ਹੱਤੇ ਅਬ ਦੇਰ ਨਾ ਜਾਣੋ ਕੋਈ। ਬਾਦਸ਼ਾਹ ਕਹਿੰਦੇ ਆਪੇ ਹੀ ਭੱਜ ਜਾਣਗੇ, ਆਪਾਂ ਹੌਲੀ ਹੌਲੀ ਜਾਵਾਂਗੇ, ਹੁਣ ਦੇਰ ਨਹੀਂ ਲੱਗਦੀ। ਬੀਤ ਗਿਓ ਲੜਤੇ ਦਿਨ ਸਾਰੋ ਆਨ ਜਾਮਨੀ ਹੋਈ। ਸਾਰਾ ਦਿਨ ਲੜਦਿਆਂ ਨੂੰ ਬਤੀਤ ਹੋ ਗਿਆ, ਹੁਣ ਰਾਤ ਪੈਣ ਲੱਗੀ ਆ। ਦੁਸ਼ਮਣ ਪਿੱਛੇ ਹਟ ਕੇ ਬਹਿ ਗਏ ਆ ਵੀ ਇਹੋ ਜਿਹੇ 5-4 ਤੀਰ ਚਲਾਤੇ ਸਾਰਿਆਂ ਨੂੰ ਮਾਰ ਦੂਗਾ। ਦੁਸ਼ਮਣ ਪਿੱਛੇ ਹਟ ਗਏ, ਹਨੇਰਾ ਹੋ ਰਿਹਾ ਹੈ। ਉਸ ਤੋਂ ਬਾਅਦ ਕੀ ਹੋਇਆ ਇਹ ਆਪਾਂ ਕੱਲ ਨੂੰ ਸਰਵਣ ਕਰਾਂਗੇ। ਸਮਾਂ ਸਮਾਪਤੀ ਤੇ ਆ, ਇੱਥੇ ਰੋਕਣ ਦੀ ਆਗਿਆ ਬਖਸ਼ੋ। ਬੋਲਦਿਆਂ ਨੇ ਇੱਕ ਅੱਖਰ ਬਾਅਦ ਘੱਟ ਹੋ ਜਾਂਦੇ। ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਜੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। हे अच्युत हे पार ब्रह्म अविनाशी अविनाश, हे पूरन हे सर्वमय, गुणतास, हे संगी हे निरंकार, हे निर्गुण सब, हे गोविंद हे गुण निदान, जाके सदा विवेक, हे अपरंपर हर हरे, हो बनहार, हे संत कै सदा संग, आधार, हे ठाकुर हों दासरो, निर्गुण गुण नहीं कोई, नानक दीजै नाम दान, आए प्रभ शरणागति, दयाल, एक अखर हर मन बसत, एक ओंकारा सतगुरु, प्रसाद सच होए, वाहिगुरु जी की फतेह है, विनाशन सोए, वाहिगुरु जी की फतेह है, विनाशन सोए। वाहिगुरु जी का खालसा, वाहिगुरु जी की फतेह। बहुत